सो विषय साडा ਉਹੀ ਹੋਵੇਗਾ ਜਿਹੜਾ ਅਸੀਂ ਸਿੱਖ ਰਹੇ ਹਾਂ ਕਿ ਹਨੇਰੇ ਦੇ ਵਿੱਚ ਚਾਨਣ ਚਮਕਿਆ। ਸੋ ਉਸੇ ਚਾਨਣ ਦੇ ਵਿਖੇ ਅਸੀਂ ਹੋਰ ਜ਼ਿਆਦਾ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਜਿਹੜਾ ਹਨੇਰੇ ਤੋਂ ਚਾਨਣ ਚਮਕਿਆ, ਉਸ ਚਾਨਣ ਨੇ ਸਾਡੇ ਜੀਵਨ ਦੇ ਵਿੱਚ ਕੀ ਕੀ ਕੰਮ ਕੀਤਾ। ਹਾਲੇਲੂਇਆ। ਸੋ खुदा ਦਾ ਸ਼ੁਕਰ ਕਰਦੇ ਹਾਂ। ਔਰ ਬਸ 1 ਮਿੰਟ ਲਵਾਂਗਾ ਮੈਂ, ਫਿਰ ਉਸ ਤੋਂ ਬਾਅਦ ਅਸੀਂ ਵਚਨ ਦੇ ਹਿੱਸੇ ਵੱਲ ਵਧਾਂਗੇ। ਹਾਲੇਲੂਇਆ। ਧੰਨਵਾਦ ਕਰਦੇ ਹਾਂ खुदा ਦਾ। ਧੰਨਵਾਦ। ਹਾਲੇਲੂਇਆ। ਸਾਡੇ ਨਾਲ ਕੁਝ ਲੋਕ ਜੁੜ ਗਏ। ਧੰਨਵਾਦ ਧੰਨਵਾਦ। ਹਾਲੇਲੂਇਆ। ਮਹਿਮਾ ਹੋ खुदा ਦੀ। ਸੋ ਜਿੰਨੇ ਲੋਕ ਆ ਗਏ ਆ ਉਹਨਾਂ ਦੇ ਲਈ खुदा ਦਾ ਧੰਨਵਾਦ ਕਰਦੇ ਹਾਂ। ਔਰ ਇਸ ਅੱਛੇ ਸਮੇਂ ਦੇ ਲਈ खुदा ਨੇ ਸਾਡੇ ਜੀਵਨ 'ਚ ਬਖਸ਼ਿਆ ਕਿ ਅਸੀਂ ਉਹਦੀ ਹਜ਼ੂਰੀ 'ਚ ਆਈਏ, ਉਹਦੀਆਂ ਪਾਕ ਨੇਕ ਗੱਲਾਂ ਨੂੰ ਅਸੀਂ ਬਚਨ ਦੇ ਵਿੱਚੋਂ ਸਮਝ ਸਕੀਏ। ਔਰ ਕੱਲ੍ਹ ਅਸੀਂ ਉਤਪੱਤੀ ਕਿਤਾਬ ਦਾ 1 ਅਧਿਆਇ ਦੀ 3 ਆਇਤ ਤੱਕ ਪਹੁੰਚੇ ਸੀ। ਔਰ ਅੱਜ 4 ਆਇਤ ਤੋਂ ਅਸੀਂ ਸ਼ੁਰੂ ਕਰਾਂਗੇ। ਉਤਪੱਤੀ 1 ਅਧਿਆਇ ਉਹਦੀ 4 आयत। इस तरह लिखा, और परमेश्वर ने उजाले को देखा कि अच्छा है। परमेश्वर ने उजाले को देखा कि अच्छा है। और असीं इस जगह ते देखते हैं कि हैगा अंधेरा भी सी, और अंधेरा ही अंधेरा सी, और परमेश्वर ने कहा कि उजाला होवे। जदों उजाले नूं परमेश्वर देखदा है ते उजाले नूं वेख के परमेश्वर कहंदा कि बई अच्छा है। सो कोई रोशनी भी परमेश्वर दे अंदरों ही, उजाला भी परमेश्वर दे अंदरों ही बाहर आया, क्योंकि जे सूरज चंद तारे बनाए नहीं हैं। सो ये उजाला भी परमेश्वर दे अंदरों बाहर आया, लेकिन परमेश्वर इहदे लई अच्छा शब्द इसलिए इस्तेमाल कर रहा है क्योंकि उन्हें जदों कहा कि उजाला होवे ते अंधकार दे विच उजाला जिहड़ा आ वो होया है। सो उसे तरह जदों मसीह यसू दा प्रकाश साडे जीवन दे विच आउंदा है, जिहड़ा जीवन पहलां हनेरे दे विच असीं गुजार रहे सीगे, और वो भी उसे तरह ही चानण हो जाता है। और जिवें इस जगह दे उत्ते परमेश्वर उजाले नूं वेख के कहंदा अच्छा है, तिवें ही एक गुनहगार जिहड़ा हनेरे दे विच अपना जीवन गुजार रहा हुंदा, ਉਹਦੀ ਜ਼ਿੰਦਗੀ ਦੇ ਵਿੱਚ ਵੀ ਜਦੋਂ ਰੌਸ਼ਨੀ ਚਮਕਦੀ, ਚਮਕਾਉਣ ਵਾਲਾ ਪਰਮੇਸ਼ਵਰ ਹੀ ਹੈ। ਸੋ ਅੱਜ ਬਹੁਤ ਸਾਰੇ ਲੋਕਾਂ ਨੂੰ ਕਈ ਵਾਰੀ ਗਲਤ ਫਹਿਮੀ ਹੋ ਜਾਂਦੀ ਕਿ ਸ਼ਾਇਦ ਸਾਡੀ ਸਮਝ, ਸਾਡੀ ਲਿਆਕਤ, ਸਾਡੀ ਅਕਲ, ਸਾਡੀ ਮਿਹਨਤ, ਸਾਡੇ ਗਿਆਨ, ਸਾਡੀਆਂ ਪ੍ਰਾਰਥਨਾਵਾਂ, ਸਾਡੇ ਰੋਜ਼ਿਆਂ ਦਾ ਕਰਕੇ ਸ਼ਾਇਦ ਇਹ ਚਾਨਣ ਚਮਕਿਆ। ਇਹ ਇਦਾਂ ਨਹੀਂ ਹੈ। ਸਾਨੂੰ ਤੇ ਸਿਰਫ ਇਹੀ ਸ਼ੁਕਰ ਕਰਨ ਦੀ ਲੋੜ ਆ ਕਿ ਇਸ ਸਾਰੇ ਬੰਦੋਬਸਤ ਦੇ ਵਿੱਚ ਪਰਮੇਸ਼ਵਰ ਨੇ ਆਪਣੇ ਅਨੁਗ੍ਰਹਿ ਦੇ ਦੁਆਰਾ ਸਾਨੂੰ ਬੁਲਾ ਲਿਆ ਹੈ। यानी कि जे कहिए ने साडे तो बिना परमेश्वर का सरदा नहीं। सो ये बड़ी एक अज्ञानता भरी गल होवेगी। साडे लई शुक्रगुजारी का जिहड़ा पॉइंट आ ये है भी परमेश्वर ने अपने इस काम दे विच सानू सांझी बनाया। सो ये साडे लई सब तो वड्डी उहदी रहमत है। यानी कि ये भी जिहड़ा उहने सानू सांझी बनाया इसलिए नहीं कि असीं बड़े चंगे सीगे, बल्कि असीं ते हनेरे दे विच ही सीगे, और काम ये सारा परमेश्वर ही करता है। अज कई बार गलत फहमी के शिकार लोग हो जाते, उन्होंने लगता शायद कोई बंदा कर रहा है। कई बार कई लोगों को मैं देखा थोड़ियां अज्ञानता भरियां गल्लां करदियां नूं, वो कई बार सानूं कह दिंदे आ जी तुसीं इन्हां चीज़ां की विरोधता करते हो, इसलिए कि क्योंकि तुहाडे कोल हो नहीं पाउंदा इसलिए विरोधता करते हो। सो मैं उन्हां सारे भैण भरावां नूं कहना चाहुंदा हां भी ऐसी नहीं कोई गल भी ਉਹਨਾਂ ਦੇ ਦੁਆਰਾ ਕਰਦਾ ਤੇ ਸਾਡੇ ਦੁਆਰਾ ਨਹੀਂ ਕਰਦਾ, ਜਾਂ ਸਾਡੇ ਦੁਆਰਾ ਕਰਦਾ ਤੇ ਉਹਨਾਂ ਦੇ ਦੁਆਰਾ ਨਹੀਂ ਕਰਦਾ। ਇਹ ਤੇ ਪਰਮੇਸ਼ਵਰ ਆ, ਉਹ ਜਦੋਂ ਵੀ ਕੁਝ ਕਰਦਾ ਹੈ ਨਾ, ਉਹ ਆਪਣੀ ਹੀ ਮਹਿਮਾ ਲਈ ਕਰਦਾ। ਉਹ ਆਪਣੀ ਹੀ ਇੱਛਾ ਦੇ ਮੁਤਾਬਕ ਕਰਦਾ ਹੈ, ਔਰ ਹਰ ਚੀਜ਼ ਦਾ ਉਹਨੇ ਵੇਲਾ ਠਹਿਰਾਇਆ ਹੈ, ਉਹ ਵੇਲੇ ਦੇ ਉੱਤੇ ਕਰਦਾ ਹੈ। ਸੋ ਇਸ ਲਈ ਇਹ ਵੀ ਇੱਕ ਅਗਿਆਨਤਾ ਭਰੀ ਗੱਲ ਆ ਵੀ
ਉਹ ਫਲਾਨੀ ਜਗ੍ਹਾ ਤੇ ਕਰਦਾ ਹੈ ਤੇ ਫਲਾਨੀ ਜਗ੍ਹਾ ਤੇ ਨਹੀਂ ਕਰਦਾ, ਉਹ ਪੂਰੀ ਕਾਇਨਾਤ ਦੇ ਵਿੱਚ ਮੌਜੂਦ ਆ। ਸਰਵ ਸ਼ਕਤੀਮਾਨ ਪਰਮੇਸ਼ਰ ਪੂਰੀ ਕਾਇਨਾਤ ਦੇ ਵਿੱਚ ਮੌਜੂਦ ਹੈ ਔਰ ਆਪਣੀ ਉਹ ਇੱਛਾ ਦੇ ਅਨੁਸਾਰ ਸਭ ਕੁਝ ਕਰਦਾ ਹੈ। ਸੋ ਜਦੋਂ ਹਨੇਰੇ ਦੇ ਵਿੱਚ ਚਾਨਣ ਚਮਕਦਾ, ਕਿਸੇ ਦੀ ਜ਼ਿੰਦਗੀ ਜਦੋਂ ਰੌਸ਼ਨਮਈ ਹੁੰਦੀ ਆ, ਉਹਦੀ ਜ਼ਿੰਦਗੀ ਨੂੰ ਰੌਸ਼ਨ ਪਰਮੇਸ਼ਵਰ ਹੀ ਕਰਦਾ ਹੈ। ਇਹ ਸਾਰਾ ਇੰਤਜ਼ਾਮ ਇਹ ਤੀਸਰੇ ਆਕਾਸ਼ ਤੋਂ ਪਰਮੇਸ਼ਵਰ ਦੀ ਯੋਜਨਾ ਦਾ ਇੱਕ ਹਿੱਸਾ ਹੁੰਦਾ। ਸੋ ਇੱਕ ਇਨਸਾਨ ਦਾ ਨਵਾਂ ਜਨਮ ਦਾ ਸਾਰਾ ਜਿਹੜਾ ਸਿਸਟਮ ਆ, ਉਹ ਤੀਸਰੇ ਆਕਾਸ਼ ਤੋਂ ਹੀ ਪਰਮੇਸ਼ਵਰ ਆਪ ਸਭ ਕੁਝ ਕਰਦਾ ਆ। ਇਹਦੇ ਵਿੱਚ ਕਿਸੇ ਇਨਸਾਨ ਦੀ ਕੋਈ ਖੂਬੀ, ਕੋਈ ਲਿਆਕਤ ਹੁੰਦੀ ਨਹੀਂ ਹੈ, ਬਲਕਿ ਪਰਮੇਸ਼ਵਰ ਨੇ ਜੋ ਆਦਿ ਤੋਂ ਯੋਜਨਾ ਬਣਾ ਰੱਖੀ ਆ, ਉਹਨੂੰ ਅਮਲੀ ਜਾਮਾ ਪਹਿਨਾਉਂਦਾ ਹੈ। ਸੋ ਉਸ ਸਾਰੇ ਕੰਮ ਦੇ ਵਿੱਚ ਇਹ ਉਹਦੀ ਵੱਡੀ ਕਿਰਪਾ ਹੈ ਕਿ ਸਾਨੂੰ ਉਹ ਬੁਲਾਉਂਦਾ ਆ। ਇਸ ਆਪਣੇ ਕੰਮ ਦੇ ਵਿੱਚ ਕੀ ਕਰਦਾ ਭਲਾ? ਉਹ ਸਾਨੂੰ ਬੁਲਾਉਂਦਾ ਆ। ਸੋ ਸਾਡੇ ਲਈ ਇਹ ਇੱਕ ਖੁਸ਼ੀ ਦੀ ਗੱਲ ਹੋਣੀ ਚਾਹੀਦੀ ਹੈ ਕਿ ਆਪਣੇ ਏਡੇ ਵੱਡੇ ਕੰਮ ਦੇ ਵਿੱਚ ਪਰਮੇਸ਼ਵਰ ਨੇ ਸਾਨੂੰ ਵੀ ਕਿਤੇ ਮੌਕਾ ਦਿੱਤਾ ਕਿ ਅਸੀਂ ਉਸ ਕੰਮ ਦਾ ਕੋਈ ਹਿੱਸਾ ਬਣ ਸਕੀਏ। ਸੋ ਇਹ ਮੈਂ ਸਮਝਦਾ ਹੁੰਦਾ ਵੀ ਬਹੁਤ ਵੱਡੀ ਉਹਦੀ ਰਹਿਮਤ ਆ। ਅਸੀਂ ਜਿਹੜੇ ਉਹਦੇ ਲਾਗੇ ਨਹੀਂ ਖੜ ਸਕਦੇ ਸੀ, ਅਸੀਂ ਜਿਹੜੇ ਉਹਦੇ ਨਜ਼ਦੀਕ ਨਹੀਂ ਸੀ ਜਾ ਸਕਦੇ, ਅਸੀਂ ਜਿਹੜੇ ਗੁਨਾਹ ਦੇ ਗੁਲਾਮ ਸਾਂ, ਏਡੀ ਥੋੜੀ ਰਹਿਮਤ ਹੈ ਕਿ ਉਹਨੇ ਸਾਡੇ ਵਰਗੇ ਘਟੀਆ ਜਿਹੇ ਲੋਕਾਂ ਨੂੰ, ਸਾਡੇ ਵਰਗੇ ਨਕੰਮੇ ਜਿਹੇ ਲੋਕਾਂ ਨੂੰ ਉਹਨੇ ਆਪਣੇ ਰਹਿਮ ਦੇ ਵਿੱਚ ਬੁਲਾ ਲਿਆ। ਸੋ ਇਹ ਕਿਸੇ ਇਨਸਾਨ ਦੀ ਖੂਬੀ ਲਿਆਕਤ ਦੇ ਨਾਲ ਨਹੀਂ, ਉਹ ਆਪਣੀ ਮੱਤ ਦੇ ਅਨੁਸਾਰ ਵੇਲੇ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਕਰਦਾ ਹੈ। ਸੋ ਅਸੀਂ ਦੇਖਦੇ ਨਾ, ਅਸੀਂ ਕੱਲ ਪੜ੍ਹਿਆ ਸੀਗਾ ਕਿ ਪਰਮੇਸ਼ਵਰ ਦਾ ਆਤਮਾ ਪਾਣੀਆਂ ਦੇ ਉੱਤੇ ਮੰਡਲਾਉਂਦਾ ਸੀ, ਡੂੰਘਾਈਆਂ ਦੇ ਉੱਤੇ ਹਨੇਰਾ ਸੀ। ਸੋ ਉਹ ਹਨੇਰਾ ਪਤਾ ਨਹੀਂ ਕਿੰਨੇ ਲੱਖਾਂ ਸਾਲ ਰਿਹਾ ਹੋਵੇ, ਕਿੰਨੇ ਹਜ਼ਾਰਾਂ ਸਾਲ ਰਿਹਾ ਹੋਵੇ, ਕਿੰਨੇ ਕਰੋੜਾਂ ਸਾਲ ਰਿਹਾ ਹੋਵੇ, ਇਹ ਤੇ ਸਰਵ ਸ਼ਕਤੀਮਾਨ ਪਰਮੇਸ਼ਵਰ ਹੀ ਜਾਣਦਾ ਆ। ਲੇਕਿਨ ਉਹਦੇ ਰਹਿਮੋ ਕਰਮ ਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਇੰਨਾ ਲੰਬਾ ਸਮਾਂ ਹਨੇਰਾ ਰਿਹਾ ਆ, ਪਰ ਜਦੋਂ ਉਹਨੇ ਕਿਹਾ ਨਾ ਕਿ ਹੋ ਜਾਵੇ, ਉਜਾਲਾ ਹੋਵੇ, ਤੇ ਹੋ ਗਿਆ। ਸੋ ਅਸੀਂ ਵੀ ਆਪਣਾ ਜੀਵਨ ਕਿੰਨਾ ਪਾਪ ਦੇ ਵਿੱਚ ਬਿਤਾਇਆ, ਕਿੰਨਾ ਦੁਸ਼ਟ ਕੰਮਾਂ ਦੇ ਵਿੱਚ ਲਗਾਇਆ, ਔਰ ਇਹ ਉਹਦੀ ਵੱਡੀ ਰਹਿਮਤ ਆ। ਉਹਨੇ ਕਿਹਾ ਕਿ ਉਜਾਲਾ ਹੋ ਜਾਵੇ ਤੇ ਉਜਾਲਾ ਹੋ ਗਿਆ। ਔਰ ਇਸ ਉਜਾਲੇ ਦਾ ਸਾਨੂੰ ਜਿਹੜਾ ਸਭ ਤੋਂ ਵੱਧ ਫਾਇਦਾ ਇਹ ਹੋਇਆ ਕਿ ਸਾਨੂੰ ਸਾਫ਼-ਸਾਫ਼ ਦਿਸਣ ਲੱਗ ਪਿਆ। ਇਸ ਰੌਸ਼ਨੀ ਦਾ ਸਭ ਤੋਂ ਵੱਧ ਫਾਇਦਾ ਕੀ ਹੋਇਆ ਭਲਾ? ਸਾਨੂੰ ਸਾਫ਼-ਸਾਫ਼ ਦਿਖਾਈ ਦੇਣ ਲੱਗ ਪਿਆ। ਸੋ ਰੌਸ਼ਨੀ ਆਉਂਦੀ ਹੀ ਇਸ ਲਈ ਆ ਕਿ ਹਨੇਰੇ ਵਿੱਚ ਪਈਆਂ ਹੋਈਆਂ ਜਿਹੜੀਆਂ ਚੀਜ਼ਾਂ ਸਾਨੂੰ ਦਿਖਾਈ ਨਹੀਂ ਦਿੰਦੀਆਂ, ਅਸੀਂ ਉਸ ਰੌਸ਼ਨੀ ਦੇ ਮਾਧਿਅਮ ਤੋਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਵੇਖ ਸਕੀਏ। ਸੋ ਇਹ ਰੌਸ਼ਨੀ ਵੀ ਉਹਦੇ ਵਿੱਚੋਂ ਹੀ ਨਿਕਲ ਕੇ ਆਈ ਹੈ। ਸੋ ਉਹ ਰੌਸ਼ਨੀ ਜਦੋਂ ਉਹਦੇ ਵਿੱਚੋਂ ਨਿਕਲ ਕੇ ਆਈ ਹੈ, ਉਹ ਉਸ ਰੌਸ਼ਨੀ ਦੇ ਪਿੱਛੇ ਦੀ ਉਹ ਜਿਹੜੀ ਮਨਸ਼ਾ ਹੈ, ਉਹ ਇਹੀ ਹੈ ਕਿ ਅਸੀਂ ਸਭ ਕੁਝ ਸਾਫ਼-ਸਾਫ਼ ਵੇਖ ਸਕੀਏ। ਤੇ ਜਦੋਂ ਸਾਫ਼-ਸਾਫ਼ ਵੇਖ ਸਕੀਏ ਤੇ ਫਿਰ ਸਾਡੇ ਸਾਹਮਣੇ ਵਚਨ ਜਦੋਂ ਆਉਂਦਾ, ਤੇ ਵਚਨ ਹਰੇਕ ਗੱਲ ਨੂੰ ਸਾਡੇ ਅੱਗੇ ਫਿਰ ਖੋਲ ਕੇ ਲਿਆਉਂਦਾ। ਔਰ ਲਿਖਿਆ ਪਾਖਰੂ ਇਸੇ ਕਰਕੇ ਉਹਨੇ ਖੁਦਾ ਵੱਲੋਂ ਭੇਜਿਆ ਗਿਆ। ਉਸਨੇ ਇਸੇ ਲਈ ਭੇਜਿਆ ਪਾਖਰੂ ਨੂੰ ਕਿ ਪਾਖਰੂ ਆਵੇਗਾ ਤੇ ਸਾਨੂੰ ਇਹ ਸਾਰੀਆਂ ਗੱਲਾਂ ਦੇ ਵਿੱਚੋਂ ਸਮਝਾਵੇਗਾ। ਕਿਹੜੀਆਂ ਗੱਲਾਂ? ਜਿਹੜੀਆਂ ਯਿਸੂ ਮਸੀਹ ਨੇ ਜਿਸਮ 'ਚ ਰਹਿੰਦੇ ਹੋਏ, ਇਸ ਧਰਤੀ ਉੱਤੇ ਜਿਸਮ 'ਚ ਰਹਿੰਦੇ ਹੋਏ ਆਪਣੇ ਸ਼ਾਗਿਰਦਾਂ ਦੇ ਨਾਲ ਵੀ ਨਹੀਂ ਕੀਤੀਆਂ। ਕਹਿੰਦਾ ਕਿਉਂਕਿ ਤੁਸੀਂ ਅਜੇ ਉਹਨਾਂ ਨੂੰ ਸਮਝ ਨਹੀਂ ਸਕਦੇ। ਜਦ ਪਾਖਰੂ ਆਵੇਗਾ ਤਦ ਉਹ ਇਹ ਸਾਰੀਆਂ ਗੱਲਾਂ ਤੁਹਾਨੂੰ ਸਮਝਾਵੇਗਾ। ਉਹ ਮੇਰੇ ਹੀ ਵਚਨ ਦੇ ਵਿੱਚੋਂ ਲੈ ਕੇ ਤੁਹਾਡੇ ਨਾਲ ਗੱਲਾਂ ਕਰੇਗਾ। ਸੋ ਖੁਦਾ ਦਾ ਸ਼ੁਕਰ ਕਰਦੇ ਹਾਂ, ਅਸੀਂ ਇਹਦਾ ਇੱਕ ਸ਼ਬਦ ਨਹੀਂ ਸੀ ਸਮਝ ਸਕਦੇ ਅਗਰ ਖੁਦਾਵੰਦ ਖੁਦਾ ਪਾਖਰੂ ਨਾ ਭੇਜਦਾ। ਅਗਰ ਖੁਦਾ ਪਾਖਰੂ ਨਾ ਭੇਜਦਾ, ਜਿਵੇਂ ਦੁਨੀਆ ਇਸ ਵਚਨ ਨੂੰ ਅੱਜ ਸਮਝਦੀ ਹੈ ਤੇ ਠੋਕਰ ਖਾਂਦੀ ਹੈ, ਅਸੀਂ ਵੀ ਉਸੇ ਤਰ੍ਹਾਂ ਸਮਝਣਾ ਸੀ। ਅਸੀਂ ਵੀ ਇਹਨਾਂ ਵਚਨਾਂ ਨੂੰ ਆਮ ਹੀ ਸਧਾਰਨ ਤੌਰ ਤੇ ਲੈਣਾ ਸੀ, ਸਰੀਰਕਤਾ ਤੌਰ ਤੇ ਲੈਣਾ ਸੀ, ਜਿਸਮਾਨੀ ਤੌਰ ਤੇ ਲੈਣਾ ਸੀ। ਸਾਨੂੰ ਇਹਦੇ ਰੂਹਾਨੀ ਚੀਜ਼ਾਂ ਦਾ ਨਹੀਂ ਸੀ ਪਤਾ ਲੱਗਣਾ। ਪਰ ਪਾਖਰੂ ਇਸੇ ਲਈ ਆਇਆ ਕਿ ਪਰਮੇਸ਼ਵਰ ਦੀ ਮਨਸ਼ਾ ਤੋਂ ਸਾਨੂੰ ਜਾਣੂ ਕਰਵਾ ਸਕੇ, ਪਰਮੇਸ਼ਵਰ ਦੇ ਅੰਦਰ ਦੀ ਪਲਾਨਿੰਗ ਤੋਂ ਸਾਨੂੰ ਜਾਣੂ ਕਰਵਾ ਸਕੇ। ਹਨੇਰੇ ਵਿੱਚ ਜੋ ਕੁਝ ਅਸੀਂ ਨਹੀਂ ਦੇਖ ਪਾਏ, ਸਾਨੂੰ
ਪਵਿੱਤਰ ਆਤਮਾ ਦੀ ਰੋਸ਼ਨੀ ਦੇ ਵਿੱਚ ਪਰਮੇਸ਼ਰ ਉਹ ਸਭ ਕੁਝ ਵਿਖਾ ਸਕੇ। ਸੋ ਇੱਥੇ ਖਾਸ ਗੱਲ ਜਿਹੜੀ ਪੜ੍ਹਦੇ ਆ 1:4 ਦੇ ਵਿੱਚ, ਪਰਮੇਸ਼ਰ ਨੇ ਉਜਾਲੇ ਕੋ ਦੇਖਾ ਕਿ ਅੱਛਾ ਹੈ। ਦੇਖਿਆ ਕਿਹਨੂੰ? ਪਹਿਲਾਂ ਉਜਾਲੇ ਨੂੰ, ਕਿ ਉਹ ਅੱਛਾ ਹੈ। ਪਹਿਲਾਂ ਅਸੀਂ ਪੜ੍ਹਿਆ ਕਿ ਪਰਮੇਸ਼ਰ ਦਾ ਆਤਮਾ ਪਾਣੀ ਉੱਤੇ ਮੰਡਲਾਉਂਦਾ ਸੀ, ਡੂੰਘਾਈਆਂ ਉੱਤੇ ਹਨੇਰਾ ਸੀ। ਪਹਿਲਾਂ ਨਹੀਂ ਪਰਮੇਸ਼ਰ ਨੇ ਕਿਹਾ ਉਜਾਲਾ ਬਣਾਉਣ ਤੋਂ ਪਹਿਲਾਂ ਕਿ ਹਨੇਰਾ ਵੀ ਚੰਗਾ ਆ, ਨਾ, ਬਲਕਿ ਜਦੋਂ ਉਹਨੇ ਕਿਹਾ ਕਿ ਰੌਸ਼ਨੀ ਹੋਵੇ ਤੇ ਰੌਸ਼ਨੀ ਹੋਈ, ਤੇ ਰੌਸ਼ਨੀ ਨੂੰ ਵੇਖ ਕੇ ਪਰਮੇਸ਼ਰ ਕਹਿੰਦਾ ਕਿ ਚੰਗੀ ਹੈ, ਉਜਾਲਾ चंगा है। और परमेश्वर ने उजाले को अंधियारे से अलग किया। प्यारे अजीजो, ਜਿਹੜੀ ਸਾਡੇ ਲਈ ਸਮਝਣ ਵਾਲੀ ਗੱਲ ਹੈ ਨਾ, ਉਹ ਇਹ ਹੈ ਕਿ ਪਰਮੇਸ਼ਰ ਦੇ ਲਈ ਉਜਾਲਾ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਪਰਮੇਸ਼ਰ ਦੇ ਲਈ ਉਜਾਲਾ ਕਰਨਾ ਕੋਈ ਵੱਡੀ ਗੱਲ ਨਹੀਂ। ਧਰਤੀ ਬਣ ਗਈ, ਜਾ ਕੇ ਕਿੰਨੀਆਂ ਸਦੀਆਂ ਨਿਕਲ ਗਈਆਂ, ਫਿਰ ਜਾ ਕੇ ਕਿਤੇ ਆਦਮ ਵੰਸ਼ ਨੇ ਜਾ ਕੇ ਕਿਤੇ ਬਲਬ ਦੀ ਖੋਜ ਕੀਤੀ ਤੇ ਬਲਬ ਬਣਾਇਆ। ਸੋ ਪਹਿਲਾਂ ਅੱਗ ਉੱਗ ਦੀਆਂ ਰੋਸ਼ਨੀਆਂ ਦੇ ਨਾਲ ਹੀ ਮਤਲਬ ਇਹ ਆਪਣਾ ਟਾਈਮ ਪਾਸ ਕਰਦਾ ਗਿਆ। ਸੋ ਕਈ ਤਰ੍ਹਾਂ ਦੇ ਇਹਨੇ ਉਪਰਾਲੇ ਕੀਤੇ ਤੇ ਫਿਰ ਕਿਤੇ ਜਾ ਕੇ ਇਹਨੇ ਇੱਕ ਪ੍ਰੋਪਰ ਜਿਹੜੀ ਵਧੀਆ ਰੋਸ਼ਨੀ ਦੇ ਸਕੇ ਉਸ ਚੀਜ਼ ਨੂੰ ਬਣਾਇਆ। ਸੋ ਪਰਮੇਸ਼ਵਰ ਨੇ ਤੇ ਆਖਿਆ ਤੇ ਹੋ ਗਿਆ। ਸੋ ਉਜਾਲਾ ਕਰਨਾ ਪਰਮੇਸ਼ਵਰ ਦੇ ਲਈ ਕੋਈ ਔਖਾ ਕੰਮ ਨਹੀਂ ਹੈ। ਉਹਦੇ ਕਹਿਣ ਦੇ ਨਾਲ ਹੀ ਸਭ ਕੁਝ ਹੋ ਜਾਂਦਾ ਹੈ। ਇਸੇ ਲਈ ਤੇ ਉਸ ਸੂਬੇਦਾਰ ਨੇ ਕਿਹਾ ਸੀ ਨਾ ਕਿ ਤੂੰ ਸਿਰਫ ਕਹਿ ਦੇ ਤੇ ਹੋ ਜਾਣਾ, ਤੇ ਯਿਸੂ ਮਸੀਹ ਦੇ ਕਹਿਣ ਦੇ ਉੱਤੇ ਹੋ ਜਾਂਦਾ ਹੈ। ਇਹ ਉਹਦਾ ਵੱਡਾ ਭਰੋਸਾ ਸੀ ਸੂਬੇਦਾਰ ਦਾ। ਉਹਨੇ ਕਿਹਾ ਤੂੰ ਕਹਿ ਦੇ ਤੇ ਮੇਰਾ ਨੌਕਰ ਚੰਗਾ ਹੋ ਜਾਊਗਾ। ਤੇ ਯਿਸੂ ਮਸੀਹ ਨੇ ਨਾਲ ਤੇ ਦੂਜਿਆਂ ਨੂੰ ਸਮਝਾਉਣ ਵਾਸਤੇ ਕਿਹਾ ਵੀ ਬਹੁਤ ਵੱਡੀ ਨਿਸ਼ਚਾ, ਐਡੀ ਨਿਸ਼ਚਾ ਮੈਂ ਇਸਰਾਇਲ ਦੇ ਵਿੱਚ ਵੀ ਨਹੀਂ ਦੇਖੀ। ਸੋ ਜਾ ਕਹਿੰਦਾ ਤੇਰਾ ਨੌਕਰ ਜਿਹੜਾ ਚੰਗਾ ਹੋ ਗਿਆ। ਸੋ ਜਦੋਂ ਕਹਿੰਦਾ ਤੇ ਹੋ ਜਾਂਦਾ ਹੈ। ਇਸ ਲਈ ਕੋੜੀ ਨੂੰ ਯਕੀਨ ਸੀ ਵਚਨ ਸਾਰਿਆਂ ਨੇ ਸੁਣਿਆ। ਅੱਜ ਵੀ ਵਚਨ ਦੁਨੀਆ ਵਿੱਚ ਬਹੁਤ ਲੋਕ ਸੁਣਦੇ ਆ, ਬਹੁਤ ਲੋਕ, ਮਸੀਹੀ ਲੋਕ ਵੀ ਸੁਣਦੇ ਆ, ਗੈਰ ਮਸੀਹੀ ਲੋਕ ਵੀ ਸੁਣਦੇ ਆ। ਲੇਕਿਨ ਸੁਣਨ ਦੇ ਵਿੱਚ ਫਰਕ ਆ। ਕਈ ਸਿਰਫ ਸੁਣਦੇ ਆ, ਸਮਝਦੇ ਨਹੀਂ ਆ। ਕਈ ਸੁਣਦੇ ਵੀ ਆ ਤੇ ਸਮਝਦੇ ਵੀ ਆ, ਪਰ ਉਹਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਨਹੀਂ ਕਰਦੇ। ਕਈ ਸੁਣਦੇ ਵੀ ਆ, ਸਮਝਦੇ ਵੀ ਆ, ਤੇ ਉਸ ਵਚਨ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਦੇ ਆ, ਉਹਨੂੰ ਪ੍ਰੈਕਟੀਕਲੀ ਲੈਂਦੇ ਆ, ਤੇ ਫਿਰ ਉਹਦੇ ਉਸੇ ਸੁਣੇ ਹੋਏ ਵਚਨ ਦੇ ਉੱਤੇ ਉਹ ਕਲੇਮ ਕਰਦੇ ਆ। ਪ੍ਰਭੂ ਯਿਸੂ ਮਸੀਹ ਨੇ ਜਦੋਂ ਸ਼ੁਰੂਆਤ ਕੀਤੀ ਸੇਵਾ ਦੀ, ਪਹਾੜੀ ਉਪਦੇਸ਼ ਵਿੱਚ ਅਸੀਂ ਪੜ੍ਹਦੇ ਹਾਂ ਕਿ ਯਿਸੂ ਮਸੀਹ ਪਹਾੜੀ ਉਪਦੇਸ਼ ਦੇ ਰਿਹਾ ਸੀਗਾ। ਸੈਂਕੜੇ ਲੋਕ ਪ੍ਰਭੂ ਯਿਸੂ ਮਸੀਹ ਦੇ ਸਾਹਮਣੇ ਸੀਗੇ, ਜਿਨ੍ਹਾਂ ਨੂੰ ਪ੍ਰਭੂ ਯਿਸੂ ਮਸੀਹ ਵਚਨ ਚੋਂ ਸਮਝਾ ਰਹੇ ਸੀਗੇ। ਔਰ ਇੱਕ ਮਨੁੱਖ ਆ, ਕਿੰਨੇ ਲੋਕ ਆ ਜਿਹੜੇ ਸੁਣਦੇ ਪਏ ਹਨ, ਲੇਕਿਨ ਇੱਕ ਮਨੁੱਖ ਆ ਜਿਹੜਾ ਇਸ ਭੀੜ ਤੋਂ ਅਲੱਗ ਹੈ। ਸੁਣਦੇ ਇਹ ਹਜ਼ਾਰਾਂ ਲੋਕ ਵੀ ਪਏ ਆ, ਪਰ ਇਹਨਾਂ ਹਜ਼ਾਰਾਂ ਲੋਕਾਂ ਤੋਂ ਵੱਖਰਾ ਇੱਕ ਮਨੁੱਖ ਆ। ਦੇਖੋ, ਉਸ ਸਾਰੇ ਭੀੜ ਦੇ ਉਪਦੇਸ਼ ਦੇ ਵਿੱਚ ਨਾ ਇੱਕ ਬੰਦਾ ਆਪਣੀ ਹਾਜ਼ਰੀ ਲਵਾ ਗਿਆ। ਔਰ ਉਹਨੇ ਹਾਜ਼ਰੀ ਲਵਾਈ ਕਿਉਂ? ਉਹਦੀ ਹਾਜ਼ਰੀ ਲੱਗੀ ਕਿਉਂ? ਕਿਉਂਕਿ ਸੁਣਿਆ ਸਾਰਿਆਂ ਨੇ ਸੀਗਾ, ਲੇਕਿਨ ਸਮਝਿਆ ਸਿਰਫ ਇੱਕ ਬੰਦਾ, ਉਹ ਵੀ ਇਸ ਭੀੜ ਤੋਂ ਅਲੱਗ ਸੀ। ਭੀੜ ਦੀ ਪ੍ਰੋਬਲਮ ਆ, ਭੀੜ ਦੇ ਵਿੱਚ ਸਮਝਣਾ ਬੜਾ ਔਖਾ ਆ, ਕਿਉਂਕਿ ਭੀੜ ਇੱਕ ਮੇਲੇ ਦੀ ਤਰ੍ਹਾਂ ਹੋ ਜਾਂਦੀ ਹੈ। ਭੀੜ ਦਾ ਕਸੂਰ ਨਹੀਂਗਾ, ਇੱਕ ਕੁਦਰਤੀ, ਮੈਂ ਕਈ ਸੋਚਦਾ ਸ਼ਾਇਦ ਖਰੇ ਭੀੜ ਨੂੰ ਕੋਈ ਸਰਾਪ ਹੀ ਹੈ। ਭੀੜ ਜਦੋਂ ਵੀ ਹੁੰਦੀ ਨਾ, ਕੰਮ ਖਰਾਬ ਹੀ ਹੁੰਦਾ ਆ, ਕੁਝ ਸਹੀ ਹੁੰਦਾ ਨਹੀਂ। ਇਹ ਸ਼ੁਰੂ ਤੋਂ ਹੀ ਆ। ਇਹਦੇ ਵਿੱਚ ਅਸੀਂ ਕਿਸੇ ਸੇਵਕ ਦਾ ਦੋਸ਼ ਨਹੀਂ ਕਰ ਸਕਦੇ, ਜਾਂ ਕਿਸੇ ਵੀ ਟੀਚਰ ਦਾ, ਜਾਂ ਕੁਝ ਵੀ ਲਾ ਲਓ। ਮੈਂ ਕਿਸੇ ਦੇ ਉੱਤੇ ਅਟੈਕ ਨਹੀਂ ਕਰ ਰਿਹਾ, ਕਿਉਂਕਿ ਇਹ ਕਿਸੇ ਦੇ ਅਟੈਕ ਨਹੀਂ, ਬਲਕਿ ਇਹ ਇਤਿਹਾਸ ਆ। ਇਹ ਬਾਈਬਲ ਦਾ ਇਤਿਹਾਸ ਆ, ਇਹ ਦੁਨੀਆ ਦਾ ਇਤਿਹਾਸ ਆ। ਭੀੜ ਜਿੱਥੇ ਵੀ ਹੁੰਦੀ ਨਾ, ਉੱਥੇ ਹਮੇਸ਼ਾ ਗੜਬੜੀ ਹੁੰਦੀ ਹੈ। ਭੀੜ ਕੋਲ ਚਾਹ ਕੇ ਵੀ ਚੰਗਾ ਕੰਮ ਹੋ ਨਹੀਂ ਪਾਉਂਦਾ। ਸੋ ਇਹ ਵੀ ਭੀੜ ਇਕੱਠੀ ਹੋਈ ਹੈ। ਯਿਸੂ ਮਸੀਹ ਦੇ ਬਾਰੇ ਜੋ ਸੁਣ ਕੇ ਵੀ ਕਰਾਮਾਤਾਂ ਬੜੀਆਂ ਹੁੰਦੀਆਂ, ਚੰਗਿਆਈਆਂ ਬੜੀਆਂ ਹੁੰਦੀਆਂ, ਸ਼ਿਫਾਵਾਂ ਬੜੀਆਂ ਮਿਲਦੀਆਂ, ਅਦਭੁਤ ਕੰਮ ਬੜੇ ਹੁੰਦੇ, ਤੇ ਇਹ ਭੀੜ ਇਕੱਠੀ ਹੋਈ ਹੈ। ਲੇਕਿਨ ਪ੍ਰਭੂ ਦਾ ਇਹਨਾਂ ਤੋਂ ਹਟ ਕੇ ਉੱਚੀ ਜਗ੍ਹਾ ਤੇ ਬਹਿ ਕੇ ਜਾਣ ਦੇ ਕਈ ਮਕਸਦ ਆ। ਨੰਬਰ 1 ਤੇ ਹੈਗਾ ਵੀ ਉੱਚੀ ਜਗ੍ਹਾ ਦੇ ਉੱਤੋਂ ਜਦੋਂ ਪ੍ਰਭੂ ਯਿਸੂ ਮਸੀਹ ਬੋਲੂਗਾ ਤੇ ਉਹ ਜਿਹੜੀ ਆਵਾਜ਼ ਹੈ ਦੂਰ ਦੂਰ ਤੱਕ ਫੈਲੂਗੀ। ਦੂਸਰਾ, ਮਨੁੱਖ ਦੇ ਰੂਪ ਦੇ ਵਿੱਚ ਉਹ ਈਸ਼ਵਰੀ ਆਵਾਜ਼ ਦੇ ਵਿੱਚ ਨਹੀਂ ਬੋਲ ਸਕਦਾ, ਨਹੀਂ ਤੇ ਲੋਕੀ ਡਰ ਜਾਣਗੇ।
ਲੋਕਾਂ ਨੇ ਭੱਜ ਜਾਣਾ ਸੀ। ਜਦੋਂ ਮੂਸਾ ਦੇ ਵੇਲੇ 'ਚ ਜਦੋਂ ਪਹਾੜ ਦੇ ਉੱਤੇ ਉਤਰਿਆ ਤੇ ਗੱਲ ਕੀਤੀ, ਤੇ ਇਸਰਾਇਲੀ ਕਹਿੰਦੇ ਵੀ ਮਾਰੇ ਜਾਵਾਂਗੇ ਅਸੀਂ। ਭਾਈ ਸਾਡਾ ਹੱਥ ਜੋੜ ਕੇ ਤੇਰੇ ਅੱਗੇ ਬੇਨਤੀ ਹੈ, ਜੇ ਇਸ ਆਵਾਜ਼ ਨੂੰ ਅਸੀਂ ਥੋੜੀ ਦੇਰ ਹੋਰ ਸੁਣਿਆ ਤੇ ਸਾਡਾ ਕੰਮ ਹੋ ਜਾਣਾ। ਇਸ ਕਰਕੇ ਤੂੰ ਵੀ ਗੱਲ ਕਰ ਤੇ ਜੋ ਕੁਝ ਪਰਮੇਸ਼ਰ ਕਵੇ ਸਾਨੂੰ ਆ ਕੇ ਦੱਸ ਦੇ। ਸੋ ਇੱਥੇ ਪ੍ਰਭੂ ਯਿਸੂ ਮਸੀਹ ਮਨੁੱਖ ਦੇ ਰੂਪ ਦੇ ਵਿੱਚ ਆ, ਉਹਦੇ ਅੰਦਰ ਈਸ਼ਵਰ ਪੂਰੇ ਦਾ ਪੂਰਾ ਆ, ਪੂਰਾ ਮਨੁੱਖ ਤੇ ਪੂਰਾ ਈਸ਼ਵਰ ਆ ਜਦੋਂ ਉਹ ਗੱਲ ਕਰ ਰਿਹਾ ਹੈ। ਲੇਕਿਨ ਫਿਰ ਵੀ ਉਹ ਆਪਣੇ ਈਸ਼ਵਰਤਵ ਨੂੰ ਪੂਰੀ ਈਸ਼ਵਰਤਾਈ ਦੇ ਵਿੱਚ ਦਿਖਾ ਨਹੀਂ ਰਿਹਾ। ਇਸ ਕਰਕੇ ਮਨੁੱਖਾਂ ਵਾਂਗੂ ਹੀ ਬੋਲਦਾ, ਪਰ ਥੋੜਾ ਉੱਚੀ ਆਵਾਜ਼ ਵਿੱਚ ਬੋਲਦਾ ਤਾਂ ਕਿ ਸਾਰਿਆਂ ਤੱਕ ਪਹੁੰਚ ਸਕੇ। ਉਹ ਤੇ ਧੀਮੇ ਜਿਹੇ ਵੀ ਬੋਲੇ ਤਾਂ ਵੀ ਉਹ ਪੂਰੀ ਦੁਨੀਆ ਵਿੱਚ ਉਹਦਾ ਬੋਲ ਪਹੁੰਚ ਸਕਦਾ। ਸੋ ਵਿਸ਼ਾ ਇਹ ਨਹੀਂ ਹੈ। ਕਦੇ ਮੌਕਾ ਮਿਲਿਆ ਤਾਂ ਉਹਦੀ ਆਵਾਜ਼ ਦੇ ਉੱਤੇ ਆਪਾਂ ਵਚਨ ਨੂੰ ਸਿੱਖਾਂਗੇ। ਪਰ ਅੱਜ ਸਾਡਾ ਵਿਸ਼ਾ ਜਿਹੜਾ ਹੈਗਾ ਆ ਉਹ ਇਹ ਹੈ ਵੀ ਉਜਾਲਾ ਹੋਇਆ ਕਿਆ ਤੇ ਉਜਾਲਾ ਹੋ ਗਿਆ। ਪਰਮੇਸ਼ਵਰ ਦੇ ਵਰਕ ਨੂੰ ਦੇਖਦੇ ਆ, ਪਰਮੇਸ਼ਵਰ ਚਾਹੁੰਦਾ ਕੀ ਹੈ। ਇੱਕ ਜਿਹੜਾ ਸੁਣਨ ਵਾਲਾ ਨਾ, ਉਹਦੀ ਇੱਕੋ ਕੋਸ਼ਿਸ਼ ਹੁੰਦੀ ਆ ਕਿ ਮੈਂ ਜਾਣਾ ਕਿ ਮੈਂ ਜਿਹਦੀ ਆਵਾਜ਼ ਸਮਝਦਾ ਸੁਣਦਾ ਪਿਆ ਵਾਂ ਉਹ ਚਾਹੁੰਦਾ ਕੀ ਹੈ। ਸੋ ਕਿਸੇ ਨੂੰ ਸੁਣਨ ਦਾ ਕੋਈ ਫਾਇਦਾ ਨਹੀਂ ਹੈ ਜੇ ਅਸੀਂ ਇਹ ਨਾ ਸਮਝ ਪਾਈਏ ਵੀ ਉਹ ਚਾਹੁੰਦਾ ਕੀ ਹੈ। ਹੁਣ ਮੰਨ ਲਓ ਮੈਂ ਹੀ ਤੁਹਾਨੂੰ ਵਚਨ ਸੁਣਾ ਰਿਹਾ, ਮੈਂ ਤੁਹਾਨੂੰ ਦੱਸਿਆ ਵੀ ਅਸੀਂ ਉਜਿਆਲੇ ਦੇ ਵਿਖੇ ਸਿੱਖ ਰਹੇ ਹਾਂ। ਸੋ ਮੇਰੀ ਇਹੀ ਕੋਸ਼ਿਸ਼ ਹੋਣੀ ਮੈਂ ਜ਼ਿਆਦਾ ਤੋਂ ਜ਼ਿਆਦਾ ਜਿਹੜੀਆਂ ਰੈਫਰੈਂਸ ਜੋ ਵੀ ਕੁਝ ਦੱਸਾਂ, ਜੋ ਵੀ ਦਲੀਲਾਂ ਦੇਵਾਂ, ਉਹ ਉਜਾਲੇ ਦੇ ਨਾਲ ਤੇ ਉਜਾਲੇ ਦੇ ਕੰਮਾਂ ਦੇ ਨਾਲ ਸੰਬੰਧ ਰੱਖਦੀਆਂ ਹੋਣ, ਤਾਂ ਕਿ ਤੁਹਾਡਾ ਇੱਕ ਰੁਝਾਨ ਬਣੇ ਕਿ ਤੁਸੀਂ ਸਿੱਖ ਕੀ ਰਹੇ ਹੋ। ਹੁਣ ਮੈਂ ਉਜਾਲੇ ਦੀਆਂ ਗੱਲਾਂ ਕਰਦਾ ਕਰਦਾ ਇੱਧਰ ਉੱਧਰ ਤੁਹਾਨੂੰ ਸਾਰੀ ਦੁਨੀਆ ਘੁਮਾ ਫਿਰਾ ਲਿਆਵਾਂ, ਤੇ ਤੁਸੀਂ ਜਿਹੜਾ ਟਿਕਟ ਲਗਾ ਕੇ ਸੁਣਨ ਲਈ ਆਏ ਉਹਨਾਂ ਦੀ ਤਾਂ ਇਹ ਚਾਹਤ ਹੋਣੀ ਨਾ ਵੀ ਇਹਦੇ ਵਿੱਚੋਂ ਕੋਈ ਵਿਸ਼ਾ, ਕੋਈ ਐਸਾ ਗੱਲ ਮਿਲ ਜਾਏ ਜਿਹੜੀ ਸਾਡੇ ਲਈ ਲਾਭਦਾਇਕ ਹੋ। ਤੁਸੀਂ ਧਿਆਨ ਲਗਾ ਕੇ ਸੁਣਨਾ, ਤੇ ਜੇ ਮੇਰਾ ਸੁਣਾਉਣਾ ਤੁਹਾਡੀ ਸਮਝ ਵਿੱਚ ਹੀ ਨਾ ਆਇਆ ਤੇ ਫਿਰ ਮੇਰੇ ਸੁਣਾਉਣ ਦਾ ਕੋਈ ਫਾਇਦਾ ਨਹੀਂ ਹੈ। ਸੋ ਉਸੇ ਤਰ੍ਹਾਂ ਜੋ ਮੈਂ ਦੱਸ ਰਿਹਾ ਕਿ ਭੀੜ ਕਿੰਨੀ ਹੈ ਜਿਹੜੀ ਯਿਸੂ ਮਸੀਹ ਨੂੰ ਸੁਣ ਰਹੀ ਹੈ ਬੜੇ ਚਾਅ ਦੇ ਨਾਲ। ਯਿਸੂ ਮਸੀਹ ਭੀੜ ਨੂੰ ਦੇਖ ਕੇ ਪਹਾੜ ਉੱਤੇ ਚੜ੍ਹ ਗਿਆ, ਖੁਦਾ ਦੀ ਇੱਛਾ ਨੂੰ ਲੋਕਾਂ ਨੂੰ ਸੁਣਾਇਆ। ਔਰ ਅਸੀਂ ਦੇਖਦੇ ਕਿ ਪਿੱਛੇ ਆ ਬੰਦਾ ਭੀੜ ਤੋਂ ਅਲੱਗ, ਉਹ ਵੀ ਸੁਣਦਾ ਪਿਆ। ਉਹਦੀ ਮੁਸੀਬਤ ਇਹ ਆ, ਉਹਦੀ ਪ੍ਰੋਬਲਮ ਇਹ ਹੈ, ਉਹਦੀ ਪਰੇਸ਼ਾਨੀ ਇਹ ਹੈ ਉਹ ਭੀੜ ਦੇ ਵਿੱਚ ਨਹੀਂ ਆ ਸਕਦਾ। ਮੂਸਾ ਦੀ ਸ਼ਰੀਅਤ ਇਜਾਜ਼ਤ ਨਹੀਂ ਦਿੰਦੀ ਕਿ ਉਹ ਜਿਹੜਾ ਸ਼ਖਸ ਇਸ ਭੀੜ ਤੋਂ ਪਰੇ ਹੋ ਕੇ ਸੁਣਦਾ ਨਾ, ਉਹ ਭੀੜ ਦੇ ਵਿੱਚ ਆਵੇ। ਜੇ ਕਿਤੇ ਗਲਤੀ ਨਾਲ ਆ ਜਾਂਦਾ ਭੀੜ ਦੇ ਵਿੱਚ, ਤੇ ਭੀੜ ਨੇ ਪ੍ਰਭੂ ਯਿਸੂ ਮਸੀਹ ਨੂੰ ਸੁਣਨਾ ਬੰਦ ਕਰਕੇ ਪਹਿਲਾਂ ਇਹਨੂੰ ਪੱਥਰ ਮਾਰ ਮਾਰ ਕੇ ਮਾਰ ਦੇਣਾ ਸੀ, ਤੇ ਉੱਥੇ ਉਪਦਰਵ ਹੋ ਜਾਣਾ ਸੀ, ਬੜਾ ਵੱਡਾ ਇੱਕ ਮਸਲਾ ਬਣ ਜਾਣਾ ਸੀ। ਤੇ ਉਹ ਸਾਰਾ ਜੋ ਪ੍ਰਭੂ ਚਾਹੁੰਦੇ ਸੀ ਉਹ ਉਹਨਾਂ ਲੋਕਾਂ ਦੇ ਵਿੱਚ ਜੋ ਜਾਵੇ, ਉਹ ਉਹਦੇ ਵਿੱਚ ਵਿਘਨ ਪੈਣਾ ਸੀ। ਸੋ ਇਸ ਲਈ ਪ੍ਰਭੂ ਨੇ ਦੁਨੀਆ ਨੂੰ ਸਮਝਾਉਣ ਦੇ ਲਈ ਉਸ ਬੰਦੇ ਨੂੰ ਵੀ ਇਹ ਬੁੱਧ ਤੇ ਮੱਤ ਦਿੱਤੀ ਵੀ ਉਹ ਸੁਣੇ ਤੇ ਪਿੱਛੇ ਬੈਠ ਕੇ ਸੁਣੇ। ਤੇ ਉਹ ਵੀ ਸਮਝਦਾ ਹੈ, ਉਹਨੂੰ ਪਤਾ ਹੈ ਵੀ ਸ਼ਰੀਅਤ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਇਸ ਭੀੜ ਦੇ ਵਿੱਚ ਜਾਵਾਂ। ਤੇ ਫਿਰ ਉਹਨੇ ਮਨ ਬਣਾਇਆ ਵੀ ਚਲੋ ਸੁਣਨਾ ਹੀ ਆ, ਦੂਰ ਬਹਿ ਕੇ ਸੁਣ ਲੈਂਦੇ ਆ। ਔਰ ਯਾਦ ਰੱਖੋ ਪਿਆਰਿਓ, ਇਹ ਭੀੜ ਲਾਗੇ ਆ ਪ੍ਰਭੂ ਦੇ, ਲੇਕਿਨ ਇਹ ਜਿਹੜਾ ਸ਼ਖਸ ਹੈ ਨਾ ਇੱਕ ਇਕੱਲਾ, ਇਹ ਬੜੀ ਦੂਰ ਹੈ। ਔਰ ਮੈਂ ਵਿਸ਼ਵਾਸ ਕਰਦਾ ਸਾਰਾ ਪ੍ਰਭੂ ਦਾ ਜਿਹੜਾ ਧਿਆਨ ਕੇਂਦਰਿਤ ਕੀਤਾ ਹੋਇਆ ਨਾ, ਇਸ ਇੱਕ ਬੰਦੇ ਨੇ ਕੀਤਾ ਹੋਇਆ। ਹਜ਼ਾਰਾਂ ਦੀ ਭੀੜ ਪ੍ਰਭੂ ਯਿਸੂ ਨੂੰ ਆਪਣੇ ਵੱਲ ਆਕਰਸ਼ਿਤ ਨਹੀਂ ਕਰ ਪਾਈ। ਇੱਕ ਇਹ ਬੰਦਾ ਜਿਹਨੇ ਪ੍ਰਭੂ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ। ਔਰ ਪ੍ਰਭੂ ਚਾਹੁੰਦਾ ਹੈ ਕਿ ਪ੍ਰਭੂ ਦੀ ਆਵਾਜ਼ ਇਹਦੇ ਕੰਨਾਂ ਤੱਕ ਪਹੁੰਚੇ। ਉਸ ਜਗ੍ਹਾ ਤੇ ਅਸੀਂ ਦੇਖਦੇ ਹਾਂ ਪਹਾੜੀ ਪ੍ਰਦੇਸ਼ 'ਚ, ਜਦੋਂ ਪ੍ਰਭੂ ਯਿਸੂ ਮਸੀਹ ਪਹਾੜੀ ਤੋਂ ਥੱਲੇ ਉਤਰ ਕੇ ਆਉਂਦੇ ਆ, ਜਦੇ ਅਚੰਭੇ ਮੌਜ ਜੇ ਉਸ ਜਗ੍ਹਾ ਤੇ ਨਹੀਂ ਕਰਦਾ ਪ੍ਰਭੂ ਯਿਸੂ ਮਸੀਹ। ਉੱਥੋਂ ਨਿਕਲ ਕੇ ਫਿਰ ਬਹੁਤ ਕੁਝ ਹੁੰਦਾ, ਲੇਕਿਨ ਉਸ ਜਗ੍ਹਾ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਜਿਵੇਂ ਹੀ ਪ੍ਰਭੂ ਯਿਸੂ ਮਸੀਹ ਪਹਾੜੀ ਤੋਂ ਉਤਰ ਕੇ ਥੱਲੇ ਆਉਂਦਾ ਹੈ, ਇਹ ਮਨੁੱਖ ਜਿਹੜਾ ਭੀੜ ਤੋਂ ਪਰੇ ਸੀ, ਭੀੜ ਤੋਂ ਅਲੱਗ ਸੀ, ਔਰ ਬੜੇ ਦਿਲ ਦੇ ਨਾਲ, ਬੜੇ ਚਾਅ ਦੇ ਨਾਲ ਪ੍ਰਭੂ ਯਿਸੂ ਮਸੀਹ ਨੂੰ ਸੁਣਦਾ ਸੀਗਾ। ਸੁਣ ਕੇ ਇਹਦੇ ਅੰਦਰ ਈਮਾਨ ਪੈਦਾ ਹੋਇਆ, ਸੁਣ ਕੇ ਇਹਦਾ ਹੌਸਲਾ ਬੁਲੰਦ ਹੋਇਆ, ਸੁਣ ਕੇ ਇਹਨੇ ਨਿਰਣੇ ਲਿਆ ਕਿ ਇਹ ਉਹ ਆ ਜਿਹਦੇ ਅਗਰ ਮੈਂ ਨਜ਼ਦੀਕ ਜਾਵਾਂ ਤੇ ਮੇਰਾ ਕੋਡ ਜਿਹੜਾ
ਕਿਸੇ ਨੂੰ ਛੂਹਾਂ ਤੇ ਉਹਨੂੰ ਲੱਗ ਸਕਦਾ ਆ, ਪਰ ਜੇ ਮੈਂ ਇਹਦੇ ਕੋਲ ਚਲਾ ਜਾਵਾਂ ਤੇ ਇਹਨੂੰ ਅਗਰ ਮੈਂ ਛੂਹ ਵੀ ਲਵਾਂ ਤੇ ਇਹਦਾ ਕੋਡ, ਮੇਰਾ ਕੋਡ ਇਹਨੂੰ ਲੱਗ ਸਕਦਾ ਨਹੀਂ ਹੈ। ਸੋ ਉਹ ਇਹ ਜਾਣਦਾ ਕਿ ਮੇਰੇ ਕੋਡ ਦਾ ਇਸ ਸ਼ਖਸ ਦੇ ਉੱਤੇ ਕੋਈ ਅਸਰ ਹੋਣ ਵਾਲਾ ਨਹੀਂ ਹੈ। ਸੋ ਉਹ ਟਿਕ ਲਾ ਕੇ ਸੁਣਿਆ ਉਹਨੇ, ਔਰ ਪ੍ਰਭੂ ਯਿਸੂ ਮਸੀਹ ਦੀ ਧਿਆਨ ਨੂੰ ਉਹਨੇ ਆਪਣੇ ਵੱਲ ਕੇਂਦਰਿਤ ਕੀਤਾ ਹੈ। ਪ੍ਰਭੂ ਯਿਸੂ ਮਸੀਹ ਪਹਾੜੀ ਉਪਦੇਸ਼ ਦੇ ਕੇ ਤੇ ਪਹਾੜੀ ਤੋਂ ਉਤਰਦੇ ਆ। ਹਜ਼ਾਰਾਂ ਦੀ ਭੀੜ ਆ, ਇਸੇ ਭੀੜ ਨੂੰ ਚੀਰਦੇ ਹੋਏ ਇੱਕ ਮਨੁੱਖ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਂਦਾ ਹੈ। ਔਰ ਮੁਬਾਰਕ ਹੋ ਜਾਂਦਾ ਇੱਕ ਮਨੁੱਖ। ਸ਼ਰੀਅਤ ਇਜਾਜ਼ਤ ਨਹੀਂ ਦਿੰਦੀ ਇਹ ਪ੍ਰਭੂ ਯਿਸੂ ਮਸੀਹ ਦੇ ਕੋਲ ਆ ਸਕੇ। ਸ਼ਰੀਅਤ ਦਾ ਕਾਨੂੰਨ ਆ ਕਿ ਇਹਨੂੰ ਪੱਥਰ ਮਾਰ ਮਾਰ ਕੇ ਮਾਰਿਆ ਜਾਵੇ, ਕੋਹੜੀ ਆ, ਨਗਰ ਦੇ ਵਿੱਚ ਦਾਖਲ ਨਹੀਂ ਹੋ ਸਕਦਾ, ਭੀੜ ਦੇ ਵਿੱਚ ਦਾਖਲ ਨਹੀਂ ਹੋ ਸਕਦਾ। ਅਗਰ ਕਿਸੇ ਜਗ੍ਹਾ ਤੇ ਹੋਵੇ ਤੇ ਕੋਈ ਉਧਰੋਂ ਦੀ ਲੋਕ ਜਾਂਦੇ ਹੋਣ ਤੇ ਇਹਨੂੰ ਇਹ ਦੱਸਿਆ ਗਿਆ ਆ ਵੀ ਤੇਰੇ ਗਲ ਦੇ ਵਿੱਚ ਤਖਤੀ ਆ ਜਿਹੜੀ ਦੱਸਦੀ ਤੂੰ ਕੋਹੜੀ ਆ, ਪਲੱਸ ਤੂੰ ਆਵਾਜ਼ ਦੇ ਕੇ ਵੀ ਅਗਲੇ ਨੂੰ ਸਾਵਧਾਨ ਕਰਨਾ ਵੀ ਮੇਰੇ ਲਾਗਿਓਂ ਦੀ ਨਾ ਲੰਘਿਓ ਕਿਉਂਕਿ ਮੈਂ ਕੀ ਹਾਂ, ਕੋਹੜੀ ਹਾਂ। ਸੋ ਸ਼ਰੀਅਤ ਦਾ ਕਾਨੂੰਨ ਇਹਨੂੰ ਪਬਲਿਕ ਦੇ ਵਿੱਚ ਬੈਠ ਕੇ ਇਹ ਇਜਾਜ਼ਤ ਨਹੀਂ ਦਿੰਦਾ ਕਿ ਇਹ ਪਬਲਿਕ ਵਿੱਚ ਬੈਠ ਕੇ ਪ੍ਰਭੂ ਦੇ ਕੋਲੋਂ ਪ੍ਰਭੂ ਦੀ ਬਾਣੀ ਨੂੰ ਸੁਣੇ। ਸ਼ਰੀਅਤ ਦਾ ਕਾਨੂੰਨ ਇਹ ਇਜਾਜ਼ਤ ਨਹੀਂ ਦਿੰਦਾ ਕਿ ਇਹ ਕਿਸੇ ਮਨੁੱਖ ਦੇ ਲਾਗੇ ਜਾਵੇ। ਲੇਕਿਨ ਜਦੋਂ ਸਰਵ ਸ਼ਕਤੀਮਾਨ ਪਹਾੜੀ ਉਪਦੇਸ਼ ਸੁਣਾ ਰਿਹਾ ਆ ਤੇ ਇਹਨੂੰ ਪਤਾ ਲੱਗ ਗਿਆ ਇਸ ਮਨੁੱਖ ਦੇ ਕੋਲ ਜਾਇਆ ਜਾ ਸਕਦਾ ਹੈ। ਔਰ ਇਹ ਹੌਸਲਾ ਕੌਣ ਕਰ ਸਕਦਾ ਆ? ਜਿਨਨੇ ਕਲਾਮ ਨੂੰ ਕਲਾਮ ਦੀ ਤਰ੍ਹਾਂ ਸੁਣਿਆ ਹੋਵੇ, ਜਿਨਨੇ ਕਲਾਮ ਨੂੰ ਸੁਣਿਆ ਹੋਵੇ। ਉਹ ਕਲਾਮ ਜਿਹਨੇ ਕਿਹਾ ਉਜਾਲਾ ਹੋਵੇ ਤੇ ਉਜਾਲਾ ਹੋ ਗਿਆ। ਔਰ ਇਹ ਉਜਾਲਾ ਅੱਜ ਮਨੁੱਖਾਂ ਦੇ ਵਿੱਚ ਉਹਨਾਂ ਦੇ ਲਈ ਹਨੇਰੇ ਰੂਪੀ ਜ਼ਿੰਦਗੀ ਦੇ ਵਿੱਚ ਹੁੰਦਾ ਜਿਹੜੇ ਚਾਹੁੰਦੇ ਆ ਕਿ ਇਹ ਪਰਮੇਸ਼ਵਰ ਕਦੋਂ ਤੱਕ ਅਸੀਂ ਹਨੇਰੇ ਦੇ ਵਿੱਚ ਰਵਾਂਗੇ, ਆਪਣੀ ਰੌਸ਼ਨੀ ਨੂੰ ਤੂੰ ਸਾਡੇ ਉੱਤੇ ਚਮਕਾ। ਭੀੜ ਹਜ਼ਾਰਾਂ ਦੀ ਸੁਣ ਰਹੀ ਆ, ਲੇਕਿਨ ਅਸਲੀ ਰੌਸ਼ਨੀ ਜਿਹੜੀ ਆ ਉਹ ਇਸ ਮਨੁੱਖ ਦੇ ਅੰਦਰ ਚਮਕੀ, ਔਰ ਉਸ ਰੌਸ਼ਨੀ ਨੇ ਇਹਨੂੰ ਇਸ ਰੌਸ਼ਨੀ ਦੇ ਵੱਲ ਖਿੱਚ ਕੇ ਲਿਆਂਦਾ। ਔਰ ਇਹਨੂੰ ਹੁਣ ਪਤਾ ਲੱਗ ਗਿਆ ਕਿ ਇਹਦੇ ਵਿੱਚੋਂ ਜਿਹੜੀ ਰੌਸ਼ਨੀ ਨਿਕਲ ਕੇ ਮੇਰੇ ਵਿੱਚ ਆਈ ਹੈ ਤੇ ਜਿਸ ਰੌਸ਼ਨੀ ਨੇ ਮੈਨੂੰ ਇੰਨਾ ਚਾਨਣ ਦਿੱਤਾ ਔਰ ਜਿਸ ਰੌਸ਼ਨੀ ਨੇ ਮੈਨੂੰ ਇੰਨਾ ਅਧਿਕਾਰ ਦਿੱਤਾ ਕਿ ਮੈਂ ਇਹਦੇ ਕੋਲ ਆਵਾਂ, ਹੁਣ ਥੋੜੀ ਜੀ ਰੌਸ਼ਨੀ ਅਗਰ ਇਹਦੀ ਮੈਨੂੰ ਹੋਰ ਮਿਲ ਜਾਵੇ ਤੇ ਮੈਂ ਆਪਣੇ ਕੋੜ ਤੋਂ ਸ਼ਿਫਾ ਪਾ ਸਕਦਾ ਹਾਂ। ਔਰ ਇਹ ਸ਼ਰੀਅਤ ਨੂੰ ਪਰੇ ਰੱਖਦੇ ਹੋਏ, ਕਿਉਂਕਿ ਉਹਨੂੰ ਪਤਾ ਹੈ ਹੁਣ ਮੈਂ ਜਿਹਦੇ ਲਾਗੇ ਜਾਣਾ ਨਾ, ਮੂਸਾ ਦੇ ਦੁਆਰਾ ਤੇ ਸਾਨੂੰ ਸ਼ਰੀਅਤ ਮਿਲੀ ਸੀ, ਲੇਕਿਨ ਹੁਣ ਜਿਹਨੂੰ ਮੈਂ ਸੁਣਿਆ ਨਾ ਉਹ ਹੈ ਜਿਹਨੇ ਮੂਸਾ ਨੂੰ ਸ਼ਰੀਅਤ ਲਿਖ ਕੇ ਦਿੱਤੀ ਸੀ। ਸੋ ਇਹਦਾ ਹੌਸਲਾ, ਇਹਦੇ ਹੌਸਲੇ ਨੂੰ ਸਲਾਮ ਹੈ, ਇਹਦੇ ਪ੍ਰਭੂ ਦੇ ਵਚਨ ਨੂੰ ਸੁਣਨ ਨੂੰ ਸਲਾਮ ਹੈ, ਔਰ ਇਹਦੇ ਲਏ ਗਏ ਫੈਸਲੇ ਨੂੰ ਸਲਾਮ ਹੈ। ਇਹਦੇ ਅੰਦਰ ਉਹ ਚਾਨਣ ਜਿਹਨੇ ਪ੍ਰਵੇਸ਼ ਕੀਤਾ ਉਸ ਚਾਨਣ ਨੂੰ ਸਲਾਮ ਹੈ, ਔਰ ਸਲਾਮ ਹੈ ਇਹਦੇ ਉਹਨਾਂ ਸ਼ਬਦਾਂ ਨੂੰ ਜਿਹੜੇ ਨੇ ਪ੍ਰਭੂ ਯਿਸੂ ਮਸੀਹ ਦੇ ਕੋਲ ਆ ਕੇ ਆਖੇ। ਤੇ ਸ਼ਬਦ ਤੁਸੀਂ ਸਭ ਲੋਕ ਜਾਣਦੇ ਹੋ, ਇਹਨੇ ਆ ਕੇ ਕਿਹਾ ਜੇ ਤੂੰ ਚਾਹੇ ਤਾਂ ਮੈਂ ਸ਼ੁੱਧ ਹੋ ਸਕਦਾ। ਸੋ ਪਿਆਰੇ ਅਜੀਜ਼ੋ, ਅੱਜ ਮੈਂ ਜ਼ਿਆਦਾ ਲੰਬਾ ਨਹੀਂ ਮੈਸੇਜ ਨੂੰ ਲੈ ਕੇ ਜਾਵਾਂਗਾ, ਜਲਦੀ ਸਮਾਪਤ ਕਰਾਂਗੇ ਤਾਂ ਕਿ ਤੁਸੀਂ ਥੋੜਾ ਥੋੜਾ ਕਰਕੇ ਸਾਰੀਆਂ ਚੀਜ਼ਾਂ ਨੂੰ ਡਿਟੇਲ ਦੇ ਨਾਲ ਸਮਝ ਸਕੋ। ਸੋ ਨੰਬਰ 1 ਅਸੀਂ ਪਹਿਲਾਂ ਪੜ੍ਹਿਆ ਕਿ ਪਰਮੇਸ਼ਵਰ ਨੇ ਆਖਿਆ ਕਿ ਉਜਾਲਾ ਹੋਵੇ ਤੇ ਉਜਾਲਾ ਹੋ ਗਿਆ। ਸੋ ਸਿੱਖਿਆ ਸੀ ਉਜਾਲੇ ਦਾ ਹੋ ਜਾਣਾ ਕਾਫੀ ਨਹੀਂ ਹੈ, ਔਰ ਕੱਲਾ ਉਜਾਲਾ ਹੀ ਹੋ ਜਾਵੇ ਤੇ ਇਸ ਚੀਜ਼ 'ਚ ਪਰਮੇਸ਼ਵਰ ਦੀ ਖੁਸ਼ੀ ਪੂਰੀ ਨਹੀਂ ਹੁੰਦੀ। ਬੇਸ਼ੱਕ ਉਹ ਉਜਾਲੇ ਨੂੰ ਵੇਖ ਕੇ ਲਿਖਿਆ ਵੀ ਉਹਨੇ ਉਜਾਲੇ ਨੂੰ ਵੇਖਿਆ ਭਈ ਅੱਛਾ ਹੈ। ਸੋ
ਅਗਲਾ ਕੰਮ ਜਿਹੜਾ ਨਾ ਪਰਮੇਸ਼ਵਰ ਨੇ ਕਰਨਾ ਹੈ ਜਾਂ ਕੀਤਾ ਹੈ, ਅਸੀਂ ਉਹਨੂੰ ਦੇਖਣਾ ਹੈ। ਸੋ ਉਸੇ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਵੀ ਉਜਾਲਾ ਹੋਇਆ, ਤੇ ਉਸੇ ਤਰ੍ਹਾਂ ਇਸ ਕੋੜੀ ਦੇ ਜੀਵਨ ਦੇ ਵਿੱਚ ਵੀ ਉਜਾਲਾ ਆਇਆ। ਹੁਣ ਉਜਾਲਾ ਹੋ ਗਿਆ, ਪ੍ਰਭੂ ਦੇ ਵਚਨਾਂ ਨੂੰ ਸੁਣ ਕੇ ਇਹਦੇ ਅੰਦਰ ਉਜਾਲੇ ਨੇ ਪ੍ਰਵੇਸ਼ ਕੀਤਾ ਹੈ, ਜਿਹਨੇ ਇਹਨੂੰ ਇਹ ਹਿੰਮਤ ਦਿੱਤੀ ਹੈ। ਹੁਣ ਅਗਰ ਇਹ ਉਜਾਲਾ ਇਹਦੇ ਤੱਕ ਪਹੁੰਚ ਗਿਆ ਤੇ ਫੈਸਲਾ ਕੋਈ ਨਾ ਲੈਂਦਾ, ਤੇ ਪ੍ਰਭੂ ਯਿਸੂ ਮਸੀਹ ਪਹਾੜੀ ਤੋਂ ਉਤਰ ਕੇ ਚਲਾ ਜਾਂਦਾ, ਤੇ ਤੁਸੀਂ ਦੱਸੋ ਉਸ ਉਜਾਲੇ ਦਾ ਇਹਨੂੰ ਕੋਈ ਫਾਇਦਾ ਹੋਣ ਵਾਲਾ ਸੀ? ਉਹਨੇ ਆਖਿਆ ਤੇ ਇਹਦੇ ਜੀਵਨ 'ਚ ਉਜਾਲਾ ਹੋ ਗਿਆ। ਉਜਾਲੇ ਦਾ ਫਾਇਦਾ ਕੀ ਜੇ ਇਹ ਬੰਦਾ ਅੱਗੇ ਆ ਕੇ ਇਸ ਗੱਲ ਨੂੰ ਲੋਕਾਂ ਦੇ ਵਿੱਚ ਸਾਬਤ ਨਹੀਂ ਕਰਦਾ ਕਿ ਇਹਦੇ ਵਿੱਚੋਂ ਨਿਕਲਣ ਵਾਲੀਆਂ ਕਿਰਨਾਂ ਸੱਚਮੁੱਚ ਉਜਾਲਾ ਹੀ ਲਿਆਉਂਦੀਆਂ। ਸੋ ਉਹ ਉਜਾਲੇ ਨੇ ਇਹਨੂੰ ਦਲੇਰੀ ਦਿੱਤੀ, ਤੇ ਇਹਨੇ ਆ ਕੇ ਸਾਰੇ ਬੰਦਰਾਂ ਨੂੰ ਤੋੜ ਕੇ ਸ਼ਰੀਅਤ ਦੇ ਸਾਰੇ ਕਾਨੂੰਨਾਂ ਨੂੰ ਪਿੱਛੇ ਰੱਖਦੇ ਹੋਏ ਇਹ ਦਲੇਰੀ ਵਰਤੀ, ਇਸ ਲਈ ਕਿ ਸ਼ਰੀਅਤ ਜਿਹਨੇ ਸਾਨੂੰ ਦੱਸੀ ਸੀ ਨਾ, ਤੇ ਜੇ ਕੋ ਉਹਨੇ ਪੁੱਛੀ ਸੀ, ਹੁਣ ਉਹ ਗੱਲ ਕਰਦਾ ਹੈ। ਤੇ ਇਹ ਬੰਦਾ ਬੇਖੌਫ ਹੋ ਕੇ ਪ੍ਰਭੂ ਯਿਸੂ ਮਸੀਹ ਦੇ ਅੱਗੇ ਆ ਕੇ ਬਹਿੰਦਾ ਤੇ ਕਹਿੰਦਾ, ਜੇ ਤੂੰ ਚਾਹਵੇਂ ਤੇ ਮੈਂ ਸ਼ੁੱਧ ਹੋ ਸਕਦਾ। ਪਿਆਰੇ ਅਜੀਜ਼ੋ, ਉਜਾਲਾ ਲਿਖਿਆ ਵਚਨ ਦੇ ਵਿੱਚ ਕੁਰਿੰਥੀ ਵਿੱਚ, ਹਨੇਰਿਓਂ ਰੌਸ਼ਨੀ ਚਮਕੀ। ਸੋ ਹਨੇਰਿਓਂ ਰੌਸ਼ਨੀ ਚਮਕੀ, ਰੌਸ਼ਨੀ ਹੋਵੇ ਤੇ ਹੋ ਜਾਂਦੀ ਹੈ, ਇਹ ਪਰਮੇਸ਼ਵਰ ਦੇ ਲਈ ਕੋਈ ਵੱਡਾ ਕੰਮ ਨਹੀਂ। ਪਰ ਰੌਸ਼ਨੀ ਹੋਈ ਕਾਦੇ ਲਈ ਹੈ, ਇਹ ਜਾਣਨਾ ਬੜਾ ਜ਼ਰੂਰੀ ਹੈ। ਰੌਸ਼ਨੀ ਕਰਨਾ, ਮੈਂ ਬਾਰ-ਬਾਰ ਦੱਸ ਰਿਹਾ, ਰੌਸ਼ਨੀ ਕਰਨਾ ਪਰਮੇਸ਼ਵਰ ਦੇ ਲਈ ਕੋਈ ਮੁਸ਼ਕਲ ਨਹੀਂ। ਰੌਸ਼ਨੀ ਹੋਈ ਕਿਉਂ ਆ, ਰੌਸ਼ਨੀ ਦੀ ਲੋੜ ਕੀ ਪਈ ਹੈ, ਇਹਨੂੰ ਜਾਣਨਾ ਜ਼ਰੂਰੀ ਹੈ। ਨਹੀਂ ਤੇ ਪਰਮੇਸ਼ਵਰ ਦਾ ਆਤਮਾ ਤੇ ਲਿਖਿਆ ਪਾਣੀਆਂ ਉੱਤੇ ਮੰਡਲਾਉਂਦਾ ਸੀ, ਡੂੰਘਾਈਆਂ ਉੱਤੇ ਹਨੇਰਾ ਸੀ। ਉਹ ਤੇ ਸੀਗਾ ਹੀ ਸੀਗਾ, ਤੇ ਪਰਮੇਸ਼ਵਰ ਤੇ ਫਿਰ ਵੀ ਸੀਗਾ ਹੀ। ਬੇਸ਼ੱਕ ਡੂੰਘਾਈਆਂ ਉੱਤੇ ਹਨੇਰਾ ਸੀ, ਲੇਕਿਨ ਪਰਮੇਸ਼ਵਰ ਫਿਰ ਵੀ ਸੀ। ਹੁਣ ਜਦੋਂ ਪਰਮੇਸ਼ਵਰ ਦੀ ਇਹ ਮਨਸ਼ਾ ਹੋਈ ਕਿ ਉਹ ਆਖੇ ਕਿ ਉਜਾਲਾ ਹੋਵੇ, ਤੇ ਉਜਾਲਾ ਹੋ ਗਿਆ। ਹੁਣ ਇੱਕ ਪਰਮੇਸ਼ਵਰ ਨੂੰ ਜਾਣਨ ਵਾਲੇ ਬੰਦੇ ਦਾ, ਜਿਹਨੂੰ ਪਤਾ ਹੈ ਕਿ ਵਚਨ ਹੀ ਮੇਰੀ ਜ਼ਿੰਦਗੀ ਆ, ਉਹਦਾ ਪਹਿਲਾ ਕੰਮ ਇਹ ਆ ਕਿ ਪਰਮੇਸ਼ਵਰ ਇਸ ਵਚਨ ਦੇ ਵਿੱਚ ਜੋ ਕੁਝ ਵੀ ਕਰ ਰਿਹਾ ਆ, ਜੋ ਸਾਡੇ ਕੋਲ ਬਾਈਬਲ ਆ, ਇਹਦੇ ਵਿੱਚ ਪਰਮੇਸ਼ਵਰ ਜੋ ਕੁਝ ਵੀ ਕਰ ਰਿਹਾ, ਜੋ ਕੁਝ ਵੀ ਲਿਖ ਕੇ ਦੇ ਰਿਹਾ ਆ, ਇਹ ਸਭ ਦੇ ਪਿੱਛੇ ਦਾ ਪਰਮੇਸ਼ਵਰ ਦਾ ਮੰਤਵ ਕੀ ਹੈ, ਇਸ ਪਿੱਛੇ ਪਰਮੇਸ਼ਵਰ ਦੀ ਯੋਜਨਾ ਕੀ ਹੈ। ਪਰਮੇਸ਼ਵਰ ਨੇ ਇੰਨਾ ਕੁਝ ਸਿਰਜਿਆ, ਸਿਰਜਣਹਾਰਾ ਕੀ ਚਾਹੁੰਦਾ ਸੀ ਇਹਨੂੰ ਸਿਰਜ ਕੇ, ਰਚਣ ਵਾਲਾ ਕੀ ਚਾਹੁੰਦਾ ਸੀ ਇਹਨੂੰ ਰਚ ਕੇ, ਇਹ ਸਾਡੇ ਲਈ ਜਾਣਨਾ ਜਿਹੜਾ ਆ ਬਹੁਤ ਜ਼ਿਆਦਾ ਜ਼ਰੂਰੀ ਹੈ। ਅਦਰਵਾਈਜ਼ ਉਹ ਕਵੇ ਕਿ ਉਜਾਲਾ ਹੋਵੇ ਤੇ ਉਜਾਲਾ ਹੋ ਜਾਂਦਾ ਆ, ਇਹ ਕੋਈ ਵੱਡੀ ਕੰਮ ਨਹੀਂ ਆ। ਉਜਾਲਾ ਕਿਉਂ ਉਹ ਕਹਿੰਦਾ ਹੋਵੇ, ਇਹ ਜਾਣਨਾ ਜਿਹੜਾ ਹੈ ਨਾ, ਇਹ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਹੁਣ ਜਿਹਨੂੰ ਉਜਾਲੇ ਦੀ ਪਹਿਚਾਣ ਹੋਈ, ਉਹਨੇ ਦਲੇਰੀ ਕੀਤੀ। ਜਿਹਨੂੰ ਉਜਾਲੇ ਦੀ ਪਹਿਚਾਣ ਹੋਈ, ਉਹਨੇ ਬੰਧਨ ਤੋੜ ਲਏ। ਜਿਹਨੂੰ ਉਜਾਲੇ ਦੀ ਪਹਿਚਾਣ ਹੋਈ, ਉਹ ਆ ਕੇ ਗੋਡਿਆਂ ਟੇਕ ਕੇ ਪ੍ਰਭੂ ਯਿਸੂ ਮਸੀਹ ਦੇ ਅੱਗੇ ਬਹਿ ਗਿਆ, ਔਰ ਉਹਦੇ ਸ਼ਬਦ ਕਲੀਸਿਆ ਦੇ ਲਈ ਬਹੁਤ ਵੱਡੇ ਮਾਇਨਾ ਰੱਖਦੇ ਆ। ਪਰ ਜੇ ਕਲੀਸਿਆ ਸਮਝਣ ਦੇ ਵਾਸਤੇ ਤਿਆਰ ਹੋਵੇ, ਉਹਦੇ ਸਭ ਕੁਝ ਤਾਂ ਅਸੀਂ ਦੇਖ ਲਿਆ, ਉਹਦੀ ਦਲੇਰੀ ਨੂੰ ਦੇਖ ਲਿਆ, ਉਹਦੇ ਸੁਣਨ ਨੂੰ ਦੇਖ ਲਿਆ, ਉਹਦੇ ਵਿਚਾਰਾਂ ਨੂੰ ਦੇਖ ਲਿਆ, ਉਹਦੇ ਫੈਸਲੇ ਨੂੰ ਦੇਖ ਲਿਆ। ਹੁਣ ਉਹਦੀ ਚਾਹਤ ਨੂੰ ਦੇਖਦੇ ਹਾਂ ਕਿ ਉਹਦੀ ਚਾਹਤ ਕੀ ਹੈ। ਚਾਹਤ ਉਹਦੀ ਇਹ ਹੈ ਕਿ ਉਹਨੇ ਕਿਹਾ, ਜੇ ਤੂੰ ਚਾਹਵੇਂ ਤੇ ਮੈਂ ਸ਼ੁੱਧ ਹੋ ਸਕਦਾ। ਇੱਥੇ ਕਿਸੇ ਵੀ ਤਰਜਮੇ ਵਿੱਚ ਉਹਨੇ ਇਹ ਨਹੀਂ ਕਿਹਾ ਕਿ ਜੇ ਤੂੰ ਚਾਹਵੇਂ ਤੇ ਮੈਂ ਕੋੜ ਤੋਂ ਸ਼ੁੱਧ ਹੋ ਸਕਦਾ, ਕਿਉਂਕਿ ਕੋੜ ਤੋਂ ਤੇ ਪ੍ਰਭੂ ਯਿਸੂ ਮਸੀਹ ਦੇ ਜਿਸਮ ਦੇ ਵਿੱਚ ਆਉਣ ਤੋਂ ਪਹਿਲਾਂ ਵੀ ਕੋੜੀ ਸ਼ੁੱਧ ਹੋਏ।
ਕੋੜੀ ਦਾ ਸ਼ੁੱਧ ਹੋ ਜਾਣਾ ਐਡਾ ਕੋਈ ਵੱਡਾ ਸਿਸਟਮ ਨਹੀਂ ਹੈ, ਬਲਕਿ ਮਕਸਦ ਇਹ ਹੈ ਕਿ ਕੋੜੀ ਦੇ ਸ਼ਬਦ ਜਿਹੜੇ ਨਾ ਉਹ ਮਾਇਨਾ ਰੱਖਦੇ ਆ। ਕਿ ਉਹਨੇ ਕਿਹਾ ਜੇ ਤੂੰ ਚਾਹਵੇਂ ਤੇ ਮੈਂ ਸ਼ੁੱਧ ਹੋ ਸਕਦਾ ਹਾਂ। ਔਰ ਪ੍ਰਭੂ ਯਿਸੂ ਮਸੀਹ ਉਹਦੇ ਸ਼ਬਦਾਂ ਦੀ ਕੀਮਤ ਨੂੰ ਸਮਝਦਾ ਆ ਕਿ ਉਹ ਬੋਲ ਕਿੱਥੋਂ ਰਿਹਾ ਹੈ। ਇਸ ਲਈ ਪ੍ਰਭੂ ਯਿਸੂ ਮਸੀਹ ਨੇ ਜਿੱਥੇ ਉਹਦਾ ਕੋੜ ਉਹਦੇ ਤੋਂ ਹਟਾਇਆ, ਉੱਥੇ ਉਹਨੂੰ ਆਤਮਿਕ ਰੀਤੀ ਦੇ ਨਾਲ ਸ਼ੁੱਧ ਵੀ ਕੀਤਾ। ਅੱਜ ਅਸੀਂ ਇਹ ਤੇ ਚਾਹੁੰਦੇ ਹਾਂ ਕਿ ਸਾਡਾ ਕੋੜ ਚਲਾ ਜਾਵੇ, ਲੇਕਿਨ ਅਸੀਂ ਪ੍ਰਭੂ ਦੇ ਅੱਗੇ ਗੋਡੇ ਟੇਕ ਕੇ ਕਦੀ ਇਹ ਨਹੀਂ ਕਹਿੰਦੇ ਪ੍ਰਭੂ ਜੇ ਤੂੰ ਚਾਹਵੇਂ ਤੇ ਮੈਂ ਸ਼ੁੱਧ ਵੀ ਹੋ ਸਕਦਾ। ਅੱਜ ਅਸੀਂ ਉਹਦੇ ਅੱਗੇ ਆ ਕੇ ਗੋਡੇ ਟੇਕ ਕੇ ਇਹ ਤੇ ਕਹਿੰਦੇ ਪ੍ਰਭੂ ਤੂੰ ਮੇਰੀ ਬਿਮਾਰੀ ਨੂੰ ਚੰਗਾ ਕਰ ਦੇ, ਪਰ ਅਸੀਂ ਕਦੀ ਇਹ ਨਹੀਂ ਕਹਿੰਦੇ ਜੇ ਤੂੰ ਚਾਹਵੇਂ ਤੇ ਮੈਂ ਸ਼ੁੱਧ ਹੋ ਸਕਦਾ ਹਾਂ। ਅੱਜ ਅਸੀਂ ਆਪਣੀ ਮੁਰਾਦ ਨੂੰ ਉਹਦੇ ਅੱਗੇ ਰੱਖਦੇ ਹਾਂ ਤੇ ਕਹਿੰਦੇ ਆ ਕਿ ਸਾਡੀ ਮੁਰਾਦ ਪੂਰੀ ਕਰ ਦੇ, ਤੇ ਉਹਦੇ ਸਰਵ ਸ਼ਕਤੀਮਾਨ ਲਈ ਇਹ ਤੇ ਕੋਈ ਮੁਸ਼ਕਲ ਕੰਮ ਹੈ ਹੀ ਨਹੀਂ ਹੈ। ਉਹ ਤੇ ਸਭ ਕੁਝ ਕਰਨ ਦੀ ਕੁਦਰਤ ਰੱਖਦਾ ਹੈ, ਨਾਮੁਮਕਿਨ ਉਹਦੀ ਡਿਕਸ਼ਨਰੀ ਦੇ ਵਿੱਚ ਹੀ ਹੈ ਨਹੀਂ। ਪਰ ਅਸੀਂ ਕਦੀ ਇਹ ਨਹੀਂ ਕਹਿੰਦੇ ਇਸ ਕੋੜੀ ਦੀ ਵਾਂਗੂ ਕਿ ਜੇ ਤੂੰ ਚਾਹਵੇਂ ਤੇ ਮੈਂ ਸ਼ੁੱਧ ਹੋ ਸਕਦਾ ਹਾਂ। ਸਾਨੂੰ ਬਰਕਤਾਂ ਚਾਹੀਦੀਆਂ, ਸਾਨੂੰ ਚੰਗਿਆਈ ਚਾਹੀਦੀ ਹੈ, ਸਾਨੂੰ ਸ਼ੋਹਰਤ ਚਾਹੀਦੀ ਹੈ, ਸਾਨੂੰ ਵੱਡਾ ਨਾਮ ਚਾਹੀਦਾ ਹੈ। ਜਦ ਕਿ ਸਾਨੂੰ ਪਤਾ ਹੈ ਇਹਦੀ ਰਚਨਾ ਕਰਦੇ ਵੇਲੇ ਖੁਦਾਵੰਦ ਖੁਦਾ ਨੇ ਇਹਦਾ ਨਾਮ ਆਦਮ ਰੱਖਿਆ, ਜਿਹਦਾ ਅਰਥ ਹੈ ਮਿੱਟੀ ਦਾ, ਤੇ ਇਹਦੇ ਉੱਤੇ ਸਰਾਪ ਵੀ ਹੈ ਇਸ ਮਿੱਟੀ ਦੇ ਉੱਤੇ ਕਿ ਤੂੰ ਮਿੱਟੀ ਦੇ ਵਿੱਚੋਂ ਕੱਢਿਆ ਗਿਆ ਤੇ ਮਿੱਟੀ ਦੇ ਵਿੱਚ ਹੀ ਮਿਲ ਜਾਣਾ। ਮਿੱਟੀ ਦੇ ਵਿੱਚੋਂ ਕੱਢਿਆ ਗਿਆ ਤੇ ਮਿੱਟੀ ਦੇ ਵਿੱਚ ਹੀ ਮਿਲ ਜਾਣਾ। ਫਿਰ ਵੀ ਇਸ ਮਿੱਟੀ ਦੇ ਵਿੱਚ ਘਮੰਡਿਆ, ਫਿਰ ਵੀ ਇਸ ਮਿੱਟੀ ਦੀਆਂ ਕਿੰਨੀਆਂ ਅਭਿਲਾਸ਼ਾਵਾਂ ਤੇ ਕਿੰਨੀਆਂ ਲਾਲਸਾਵਾਂ ਆ। ਫਿਰ ਵੀ ਇਹ ਮਿੱਟੀ ਪੱਥਰਾਂ ਦੇ ਮਹਿਲ ਬਣਾਉਣ ਦੇ ਚੱਕਰ 'ਚ ਪਈ ਹੋਈ ਹੈ। ਫਿਰ ਵੀ ਇਹ ਮਿੱਟੀ ਸੋਨੇ ਚਾਂਦੀ ਦੇ ਮਹਿਲ ਬਣਾਉਣ ਦੇ ਚੱਕਰ 'ਚ ਪਈ ਹੋਈ ਹੈ, ਜਦ ਕਿ ਇਹਨੂੰ ਪਤਾ ਹੈ ਇੱਕ ਦਿਨ ਸਭ ਕੁਛ ਹੀ ਮਿੱਟੀ ਹੋ ਜਾਣਾ। ਤੇ ਜਦੋਂ ਸਭ ਕੁਝ ਸਾਨੂੰ ਪਤਾ ਹੈ, ਲਿਖਤਾਂ ਦੇ ਮੁਤਾਬਕ ਹਰ ਚੀਜ਼ ਖਤਮ ਹੋ ਜਾਣੀ ਇੱਕ ਦਿਨ, ਕੁਛ ਨਹੀਂ ਰਹਿਣਾ ਇਸ ਸੰਸਾਰ ਦੇ ਉੱਤੇ, ਤੇ ਫਿਰ ਰਹਿਣਾ ਤੇ ਉਹਦਾ ਨਾਮ ਹੀ ਹੈ ਨਾ। ਤੇ ਜਦੋਂ ਉਹਦਾ ਨਾਮ ਤੁਹਾਨੂੰ ਮਿਲ ਗਿਆ ਤੇ ਫਿਰ ਸਾਨੂੰ ਚਾਹੀਦਾ ਭਲਾ ਕੀ ਹੈ? ਫਿਰ ਸਾਡਾ ਉਸ ਕੋੜੀ ਦੀ ਤਰ੍ਹਾਂ ਇਹ ਸ਼ਬਦ ਹੋਣੇ ਚਾਹੀਦੇ ਆ, ਜੇ ਤੂੰ ਚਾਹਵੇਂ ਤੇ ਮੈਂ ਸ਼ੁੱਧ ਹੋ ਸਕਦਾ ਹੈ। ਸਾਡੀ ਪ੍ਰੋਬਲਮ ਪਤਾ ਕੀ, ਇੱਕ ਤਾਂ ਅਸੀਂ ਵੈਸੇ ਕੋੜੀ ਹੈਗੇ, ਕੋੜੀ ਆ। ਕੋੜ ਦਾ ਮਤਲਬ ਇਹ ਨਹੀਂ ਹੁੰਦਾ ਜੋ ਵੀ ਹੱਥ ਪੈਰ ਗਲ ਗਏ ਤੇ ਕੋੜ ਆ। ਇਹ ਜਿਹੜੇ ਜਿਸਮ ਦਾ ਕੋੜ ਆ ਨਾ, ਇਹ ਕੋਈ ਮਾਇਨਾ ਨਹੀਂ ਰੱਖਦਾ। ਜਿਸਮ ਦਾ ਕੋੜ ਤੁਹਾਨੂੰ ਪਰਮੇਸ਼ਵਰ ਦੇ ਨਾਲ ਮੇਲ ਕਰਨ ਤੋਂ ਨਹੀਂ ਰੋਕ ਸਕਦਾ, ਲੇਕਿਨ ਜਿਹੜਾ ਮਨ ਦਾ ਕੋੜੀ ਹੈ ਨਾ, ਇਹਦਾ ਕੋਈ ਇਲਾਜ ਨਹੀਂ। ਜਿਸਮ ਦਾ ਕੋੜ ਤੁਹਾਨੂੰ ਉਹਦੇ ਨਾਲ ਮੇਲ ਕਰਨ ਤੋਂ ਨਹੀਂ ਰੋਕ ਸਕਦਾ, ਉਹਦੇ ਰਾਜ ਦੇ ਵਿੱਚ ਦਾਖਲ ਹੋਣ ਤੋਂ ਨਹੀਂ ਰੋਕ ਸਕਦਾ। ਜੇ ਰੋਕ ਸਕਦਾ ਹੁੰਦਾ ਤੇ ਪ੍ਰਭੂ ਯਿਸੂ ਮਸੀਹ ਆਪ ਫਰਮਾਉਂਦੇ, ਉਸ ਲਾਜ਼ਰ ਗਰੀਬ ਦੀ ਸਾਰੀ ਦਾਸਤਾਂ ਪ੍ਰਭੂ ਯਿਸੂ ਮਸੀਹ ਆਪ ਸੁਣਾਉਂਦੇ ਆ ਵੀ ਉਹ ਅਮੀਰ ਆਦਮੀ ਦੇ ਘਰ ਪਿਆ ਰਿਹਾ ਸਾਰੀ ਜ਼ਿੰਦਗੀ, ਉਹਦੇ ਘਰ ਦੇ ਬਾਹਰ, ਉਹਦੇ ਗੇਟ ਦੇ ਬਾਹਰ ਸਾਰੀ ਜ਼ਿੰਦਗੀ ਝੂਠ ਖਾਂਦਾ ਰਿਹਾ, ਸਾਰੀ ਜ਼ਿੰਦਗੀ ਬਿਮਾਰ ਰਿਹਾ, ਸਾਰੀ ਜ਼ਿੰਦਗੀ ਲਾਚਾਰ ਰਿਹਾ, ਸਾਰੀ ਜ਼ਿੰਦਗੀ ਮੰਗਤਾ ਰਿਹਾ, ਔਰ ਇਸੇ ਹਾਲਤ ਵਿੱਚ ਮਰ ਗਿਆ। ਔਰ ਅਸੀਂ ਦੇਖਦੇ ਹਾਂ ਕਿ ਫਰਿਸ਼ਤਿਆਂ ਨੇ ਚੁੱਕਿਆ ਤੇ ਜਾ ਕੇ ਉਹਨੂੰ ਅਬਰਾਹਮ ਦੀ ਗੋਦ ਦੇ ਵਿੱਚ ਰੱਖਿਆ। ਸੋ ਇਹਦਾ ਮਤਲਬ ਸਿੱਧਾ ਸਿੱਧਾ ਕੀ ਹੈ? ਬਿਮਾਰੀ ਉਹਨੂੰ ਉਸ ਮੁਬਾਰਕ ਜਗ੍ਹਾ ਤੇ ਜਾਣ ਤੋਂ ਨਹੀਂ ਰੋਕ ਸਕੀ, ਲਾਚਾਰੀ ਉਹਨੂੰ ਉਸ ਮੁਬਾਰਕ ਜਗ੍ਹਾ ਤੇ ਜਾਣ ਤੋਂ ਨਹੀਂ ਰੋਕ ਸਕੀ, ਉਹਦਾ ਕੰਗਾਲਪਨ ਉਹਨੂੰ ਉਸ ਮੁਬਾਰਕ ਜਗ੍ਹਾ ਤੇ ਜਾਣ ਤੋਂ ਨਹੀਂ ਰੋਕ ਸਕਿਆ। ਇੱਕ ਪਾਸੇ ਧਨੀ ਹੈ, ਉਹਦੇ ਕੋਲ ਸੰਸਾਰ ਦੀਆਂ ਤੇ ਸਾਰੀਆਂ ਚੀਜ਼ਾਂ ਮੌਜੂਦ ਹੈ, ਪਰ ਸਭ ਕੁਝ ਹੁੰਦਿਆਂ ਹੋਇਆਂ ਵੀ ਉਸ ਮੁਬਾਰਕ ਜਗ੍ਹਾ 'ਚ ਪ੍ਰਵੇਸ਼ ਨਹੀਂ ਕਰ ਪਾਇਆ। ਤੇ ਫਿਰ ਸਾਨੂੰ ਕਿਵੇਂ ਪਤਾ ਲੱਗੇ ਕਿ ਸਾਨੂੰ ਚਾਹੀਦਾ ਕੀ ਹੈ?
ਤੇ ਜੋ ਸਾਨੂੰ ਚਾਹੀਦਾ ਉਹ ਚਾਨਣ ਦੇ ਵਿੱਚ ਸਾਨੂੰ ਉਹਨੇ ਪ੍ਰਗਟ ਕਰ ਦਿੱਤਾ ਹੈ, ਪਰ ਅਸੀਂ ਜਾਣ ਬੁੱਝ ਕੇ ਨਦਾਨ ਬਣੇ ਹਾਂ। ਚਾਨਣ ਹੋਵੇ ਤੇ ਚਾਨਣ ਹੋ ਗਿਆ। ਇਸ ਚਾਨਣ ਨੂੰ ਕਰਨ ਦੇ ਪਿੱਛੇ ਦਾ ਜਿਹੜਾ ਮੇਨ ਮਕਸਦ ਹੀ ਪਰਮੇਸ਼ਵਰ ਦਾ ਇਹ ਆ ਕਿ ਅਸੀਂ ਸਭ ਕੁਝ ਸਾਫ਼-ਸਾਫ਼ ਦੇਖ ਸਕੀਏ। ਪਰ ਚਾਨਣ ਹੋਣ ਤੋਂ ਬਾਅਦ ਵੀ ਜੇ ਅਸੀਂ ਅੰਨ੍ਹਿਆਂ ਵਾਂਗੂ ਰਹੀਏ ਤੇ ਅੰਨ੍ਹੇ ਦੇ ਲਈ ਦਿਨ ਤੇ ਅੰਨ੍ਹੇ ਦੇ ਲਈ ਰਾਤ, ਉਹਦੇ ਵਿੱਚ ਕੋਈ ਫਰਕ ਨਹੀਂ ਹੈ। ਅੰਨ੍ਹੇ ਦੇ ਲਈ ਦਿਨ ਵੀ ਉਦਾਂ ਦਾ ਤੇ ਅੰਨ੍ਹੇ ਦੇ ਲਈ ਰਾਤ ਵੀ ਉਦਾਂ ਦੀ। ਇਸ ਕਰਕੇ ਵਚਨ ਇੱਕ ਹੈਗਾ, ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਜ਼ਰੂਰ ਚਾਹਾਂਗਾ। ਇੱਕ ਮਿੰਟ ਦੇਣਾ ਮੈਨੂੰ। ਹਾਂਜੀ, 2 Corinthians 4:6 ਵਿੱਚ लिखा, इसलिए कि परमेश्वर ही है जिसने कहा कि अंधकार में से ज्योति चमके, और वही हमारे हृदयों में चमकी है। ਜਿਹੜੀ ਰੋਸ਼ਨੀ ਉਹਨੇ ਕਿਹਾ ਨਾ ਚਮਕੇ, ਜਿਵੇਂ ਉੱਥੇ ਕਿਹਾ ਕਿ ਰੋਸ਼ਨੀ ਹੋਵੇ ਤੇ ਰੋਸ਼ਨੀ ਹੋ ਗਈ, ਤਿਵੇਂ ਇੱਥੇ ਲਿਖਿਆ ਪਰਮੇਸ਼ਵਰ ਹੀ ਹੈ ਜਿਹਨੇ ਕਿਹਾ ਕਿ ਰੋਸ਼ਨੀ ਚਮਕੇ। ਕਾਹਦੇ ਵਿੱਚ? ਹਨੇਰੇ ਦੇ ਵਿੱਚ। ਔਰ ਉਹ ਸਾਡੇ ਹਿਰਦਿਆਂ ਦੇ ਵਿੱਚ ਚਮਕੀ ਹੈ। ਹੁਣ ਜੇ ਤੇ ਰੋਸ਼ਨੀ ਹਿਰਦਿਆਂ ਵਿੱਚ ਚਮਕੇ ਤੇ ਬੇਸ਼ੱਕ ਉਹ ਬੰਦਾ ਅੰਨਾ ਵੀ ਹੋਵੇ, ਪਰ ਪਰਮੇਸ਼ਵਰ ਦੇ ਗਿਆਨ ਨੂੰ ਪ੍ਰਾਪਤ ਕਰ ਸਕਦਾ। ਪਰ ਜੇ ਰੋਸ਼ਨੀ ਹਿਰਦਿਆਂ ਦੇ ਵਿੱਚ ਨਹੀਂ ਚਮਕੀ ਤੇ ਫਿਰ ਉਹ ਗਿਆਨ ਤੋਂ ਬਹੁਤ ਪਰੇ ਰਹੂਗਾ। ਮਿਸਾਲ ਦੇ ਤੌਰ ਦੇ ਉੱਤੇ ਪ੍ਰਭੂ ਦੀ ਰੋਸ਼ਨੀ ਚਮਕੇ ਕਿਸੇ ਦੇ ਜੀਵਨ ਦੇ ਵਿੱਚ ਤੇ ਉਹ ਅੰਨਾ ਆ ਸੁਜਾਖਾ ਹੋ ਜਾਵੇ, ਲੇਕਿਨ ਅਗਰ ਉਹ ਰੋਸ਼ਨੀ ਉਹਦੇ ਹਿਰਦੇ ਵਿੱਚ ਨਹੀਂ ਨਾ ਚਮਕੀ ਤੇ ਉਹਨੂੰ ਉਹਦੇ ਸੁਜਾਖੇ ਹੋਣ ਤੋਂ ਕੋਈ ਲਾਭ ਨਹੀਂ। ਜਾਣਾ ਉਹਨੇ ਨਰਕ ਦੇ ਵਿੱਚ ਹੀ ਹੈ। ਤੇ ਫਿਰ ਸੁਜਾਖਾ ਹੋ ਕੇ ਵੀ ਜੇ ਉਹਨੇ ਨਰਕ ਦੇ ਵਿੱਚ ਹੀ ਜਾਣਾ, ਤੇ ਮੈਂ ਸਮਝਦਾ ਉਹ ਅੰਨਾ ਸੀ ਤੇ ਜ਼ਿਆਦਾ ਵਧੀਆ ਸੀ। ਕਿਉਂਕਿ ਜਿਹੜੇ ਪਾਪ ਸੁਜਾਖੇ ਲੋਕ ਕਰਦੇ ਨਾ, ਘੱਟੋ ਘੱਟ ਉਹ ਉਹਨਾਂ ਪਾਪਾਂ ਤੋਂ ਬਚਿਆ ਹੋਇਆ ਸੀ। ਅੰਨਾ ਸੁਜਾਖਾ ਹੋ ਗਿਆ, ਲੇਕਿਨ ਇਸ ਚੀਜ਼ ਦੀ ਗਰੰਟੀ ਨਹੀਂ ਕਿ ਹੁਣ ਇਹਨੇ ਉਹਦੇ ਰਾਜ ਦੇ ਵਿੱਚ ਹੀ ਦਾਖਲ ਹੋ ਜਾਣਾ। ਜੇ ਇਹ ਉਹਦੇ ਰਾਜ 'ਚ ਉਦੋਂ ਦਾਖਲ ਹੋਊਗਾ ਜਦੋਂ ਉਹ ਰੋਸ਼ਨੀ ਜਿਹਦੇ ਦੁਆਰਾ ਇਹਨੇ ਅੱਖਾਂ ਦੀ ਰੋਸ਼ਨੀ ਪਾਈ ਹੈ, ਉਹ ਰੋਸ਼ਨੀ ਇਹਦੇ ਦਿਲ ਦੇ ਵਿੱਚ ਚਮਕੇ, ਇਹਦੇ ਹਿਰਦੇ ਦੇ ਵਿੱਚ ਚਮਕੇ। ਜਦੋਂ ਰੋਸ਼ਨੀ ਇਹਦੇ ਹਿਰਦੇ ਦੇ ਵਿੱਚ ਚਮਕੂਗੀ ਨਾ, ਫਿਰ ਇਹਨੂੰ ਅੱਖਾਂ ਦੀ ਰੋਸ਼ਨੀ ਮੇਰੀ ਵਾਪਸ ਆਈ, ਉਹਦੀ ਇੰਨੀ ਜ਼ਿਆਦਾ ਖੁਸ਼ੀ ਨਹੀਂ ਹੋਣੀ, ਬਲਕਿ ਕਿਤੇ ਕਿਤੇ ਇਹਨੂੰ ਉਸ ਰੋਸ਼ਨੀ ਦਾ ਅਫਸੋਸ ਹੋਣਾ ਆ। ਜਦੋਂ ਇਹਦੀਆਂ ਅੱਖਾਂ ਨੇ ਇਹਦੇ ਕੋਲੋਂ ਗੁਨਾਹ ਕਰਾਉਣੇ ਆ ਨਾ, ਉਦੋਂ ਇਹਨੂੰ ਇਸ ਰੋਸ਼ਨੀ ਦਾ ਕਿਤੇ ਕਿਤੇ ਅਫਸੋਸ ਹੋਣਾ। ਕਦੋਂ ਹੋਣਾ ਭਲਾ ਅਫਸੋਸ? ਉਹ ਅਫਸੋਸ ਉਦੋਂ ਹੋਣਾ ਆ ਜਦੋਂ ਇਹ ਰੋਸ਼ਨੀ ਇਹਦੇ ਹਿਰਦੇ ਦੇ ਵਿੱਚ ਚਮਕੂਗੀ। ਫਿਰ ਇਹਨੂੰ ਲੱਗਣਾ ਵੀ ਬੜੇ ਸਾਰੇ ਪਾਪ ਜਿਹੜੇ ਮੇਰੀਆਂ ਅੱਖਾਂ ਕਰਦੀਆਂ ਨਾ, ਜਦੋਂ ਮੈਂ ਅੰਨਾ ਸੀ ਉਦੋਂ ਮੈਂ ਇਹਨਾਂ ਪਾਪਾਂ ਤੋਂ ਬਚਿਆ ਹੋਇਆ ਸੀ। ਫਿਰ ਇਹਨੇ ਪਛਤਾਵਾ ਵੀ ਕਰਨਾ ਕਿਤੇ ਕਿਤੇ ਵੀ ਪ੍ਰਭੂ ਮੈਂ ਗਲਤੀ ਕਰ ਬੈਠਾ, ਮੈਂ ਕਿਤੇ ਤੇਰੇ ਕੋਲੋਂ ਇਹ ਮੰਗਦਾ ਨਾ ਵੀ ਤੇਰੀ ਇਹ ਰੋਸ਼ਨੀ ਮੇਰੇ ਹਿਰਦੇ ਵਿੱਚ ਚਮਕੇ। ਜੇ ਕਿਤੇ ਮੈਂ ਤੇਰੇ ਕੋਲੋਂ ਸੁਜਾਖੇ ਹੋਣ ਦੀ ਮੰਗ ਨਾ ਕਰਦਾ ਅੱਖਾਂ ਤੋਂ, ਤੇ ਸਿਰਫ ਹਿਰਦੇ ਵਿੱਚ ਤੇਰੀ ਰੋਸ਼ਨੀ ਨੂੰ ਮੰਗਦਾ, ਤੇ ਮੈਂ ਆ ਜਿਹੜੇ ਮੇਰੇ ਕੋਲ ਹੁਣ ਪਾਪ ਹੁੰਦੇ ਮੈਂ ਇਹਨਾਂ ਤੋਂ ਬਚਿਆ ਰਹਿਣਾ ਸੀ। ਤੇ ਹੁਣ ਇੱਕ ਪਛਤਾਵਾ। ਸੋ ਇਸ ਲਈ ਪ੍ਰਾਰਥਨਾ ਕਿਹੜੀ ਹੈ ਭਲਾ? ਉਹਦੀ ਉਹ ਰੋਸ਼ਨੀ ਜਿਹਨੂੰ ਵੇਖ ਕੇ ਉਹ ਕਹਿੰਦਾ ਵੀ ਚੰਗੀ ਹੈ। ਤੇ ਉਹ ਰੋਸ਼ਨੀ ਦਾ ਉਹਦੇ ਲਈ ਕਰਨਾ ਕੋਈ ਮੁਸ਼ਕਲ ਨਹੀਂ, ਪਰ ਉਹ ਰੋਸ਼ਨੀ ਜੇ ਸਾਡੇ ਹਿਰਦਿਆਂ ਦੇ ਵਿੱਚ ਨਾ ਚਮਕੇ ਤੇ ਫਿਰ ਉਸ ਰੋਸ਼ਨੀ ਦਾ ਕੋਈ ਫਾਇਦਾ ਨਹੀਂ। ਸੋ ਜਦੋਂ ਰੋਸ਼ਨੀ ਹਿਰਦਿਆਂ ਦੇ ਵਿੱਚ ਚਮਕਦੀ ਆ, ਤੇ ਇੱਥੇ ਅਸੀਂ ਵਚਨ ਨੂੰ ਦੇਖਦੇ ਹਾਂ ਵੀ ਜਦੋਂ ਰੋਸ਼ਨੀ ਜਿਹੜੀ ਉਹ ਹਿਰਦਿਆਂ ਦੇ ਵਿੱਚ ਚਮਕੇ ਤੇ ਫਿਰ ਇੱਕ ਅਗਲਾ ਕੰਮ ਹੁੰਦਾ ਆ। ਪਰਮੇਸ਼ਵਰ ਨੇ ਕਿਹਾ ਉਜਾਲਾ ਹੋਵੇ ਤੇ ਉਜਾਲਾ ਹੋ ਗਿਆ, ਤੇ ਫਿਰ ਅਗਲੀ ਗੱਲ ਲਿਖੀ, ਉਹਨੇ ਦੇਖਿਆ ਉਜਾਲੇ ਨੂੰ ਚੰਗਾ ਆ, ਤੇ ਫਿਰ ਉਹਨੇ ਚੰਗਾ ਕਹਿ ਕੇ ਛੱਡ ਨਹੀਂ ਦਿੱਤਾ, ਬਲਕਿ ਉਹਨੇ ਹਨੇਰੇ ਨੂੰ ਰੋਸ਼ਨੀ ਤੋਂ ਵੱਖਰਾ ਕੀਤਾ। ਉਹਨੇ ਚਾਨਣ ਨੂੰ ਕੀ ਕੀਤਾ? ਹਨੇਰੇ ਤੋਂ ਵੱਖਰਾ ਕੀਤਾ। ਸੋ ਰੋਸ਼ਨੀ ਆਉਣ ਤੋਂ ਬਾਅਦ ਅਗਲਾ ਜਿਹੜਾ ਪਰਮੇਸ਼ਵਰ ਦਾ ਕੰਮ ਸਾਡੇ ਜੀਵਨ 'ਚ ਕੀ ਹੋਣਾ ਚਾਹੀਦਾ ਆ? ਚਾਨਣ ਹਨੇਰੇ ਤੋਂ ਵੱਖਰਾ ਹੋਵੇ। ਜੇ ਚਾਨਣ ਹੋ ਕੇ ਵੀ ਚਾਨਣ ਹਨੇਰੇ ਦੇ ਵਿੱਚ ਰਵੇ
तो फिर चानन होने का कोई लाभ फायदा होने वाला नहीं है। सो फिर प्रार्थना की होनी चाहिए है, प्रभु जे तू चानन कीता है तो हुण मैनूं हनेरे तो वखरा रख। ये चानन दूसरिਆਂ ਦੇ ਲਈ ਚਾਨਣ ਬਣੇਗਾ ਹੀ ਉਦੋਂ ਜਦੋਂ ਇਹ ਚਾਨਣ ਹਨੇਰੇ ਤੋਂ ਵੱਖਰਾ ਰਹੂਗਾ। ਜੇ ਹਨੇਰੇ ਦੇ ਨਾਲ ਰਿਹਾ ਤੇ ਇਹ ਚਾਨਣ ਕਿਸੇ ਕੰਮ ਦਾ ਨਹੀਂ। ਜੇ ਪਰਮੇਸ਼ਰ ਉਸ ਅਧਿਆਏ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਕਿ ਉਹਨੇ ਵੇਖਿਆ ਵੀ ਚਾਨਣ ਚੰਗਾ ਆ ਤੇ ਉਹਨੇ ਚਾਨਣ ਨੂੰ ਹਨੇਰੇ ਤੋਂ ਵੱਖਰਾ ਕੀਤਾ। ਜੇ ਕਿਤੇ ਉੱਥੇ ਪਰਮੇਸ਼ਰ ਇਹ ਅਗਲਾ ਕੰਮ ਨਾ ਕਰਦਾ ਤੇ ਅੱਜ ਤੁਹਾਡੇ ਸਾਡੇ ਦਾ ਕੋਈ ਫਾਇਦਾ ਹੋਣਾ ਨਹੀਂ ਸੀ। ਸੋ ਪਿਆਰੇ ਜੀਜੋ, ਅੱਜ ਇੱਥੇ ਹੀ ਸਮਾਪਤ ਕਰਦੇ ਹਾਂ, ਸਮਾਂ ਫਿਰ ਵੀ ਜ਼ਿਆਦਾ ਹੋ ਗਿਆ। ਸੋ ਇਸੇ ਤਰ੍ਹਾਂ ਅਸੀਂ ਥੋੜ੍ਹਾ ਥੋੜ੍ਹਾ ਕਰਕੇ ਸਿੱਖਦੇ ਰਹਾਂਗੇ। ਦੁਆ 'ਚ ਯਾਦ ਰੱਖਣਾ ਕਿ ਪਰਮੇਸ਼ਰ ਆਪਣੇ ਵਚਨਾਂ ਦਾ ਅਸਲੀ ਭੇਤ ਜਿਹੜਾ ਸਾਡੀ ਮੁਕਤੀ ਦਾ ਕਾਰਨ ਬਣੇ, ਉਹ ਵਚਨ ਜਿਨ੍ਹਾਂ ਦੇ ਦੁਆਰਾ ਅਸੀਂ ਉਹ ਨਜ਼ਾਤ ਨੂੰ ਪਾ ਸਕੀਏ ਜਿਹਦੇ ਲਈ ਉਹਨੇ ਸਾਰਾ ਬੰਦੋਬਸਤ, ਸਾਰਾ ਇੰਤਜ਼ਾਮ ਕੀਤਾ ਹੈ। ਉਹ ਅਸਲੀ ਭੇਤ ਜਿਹੜਾ ਇਸ ਕੋੜੀ ਨੂੰ ਸਮਝ ਆਇਆ, ਉਹ ਅਸਲੀ ਭੇਤ ਸਾਨੂੰ ਵੀ ਸਮਝ ਆ ਸਕੇ। ਤੇ ਜਿਵੇਂ ਇਸ ਕੋੜੀ ਨੇ ਮੰਗ ਕੀਤੀ, ਵੈਸੇ ਹੀ ਮੰਗ ਅਸੀਂ ਵੀ ਪਰਮੇਸ਼ਰ ਦੇ ਕੋਲੋਂ ਕਰ ਸਕੀਏ। ਇੱਕ ਗੱਲ ਯਾਦ ਰੱਖੋ, ਜ਼ਿੰਦਗੀ ਦੀਆਂ ਜ਼ਰੂਰਤਾਂ ਦੀ ਜੇ ਗੱਲ ਕਰੀਏ ਨਾ, ਤੇ ਇਹ ਕਦੇ ਖਤਮ ਹੋਣ ਵਾਲੀਆਂ ਨਹੀਂ। ਪਰ ਵਚਨ 'ਚ ਇੱਕ ਜਿਹੜੀ ਹੌਸਲੇ ਦੀ ਗੱਲ ਆ ਉਹ ਇਹ ਲਿਖੀ ਹੈ ਕਿ ਇਹਨਾਂ ਚੀਜ਼ਾਂ ਦੀ ਸੰਸਾਰ ਚਿੰਤਾ ਕਰੇ, ਤੁਹਾਨੂੰ ਲੋੜ ਨਹੀਂ, ਕਿਉਂਕਿ ਤੁਹਾਡਾ ਸਵਰਗੀ ਪਿਤਾ ਜਿਹਨੇ ਆਪਣੀ ਰੌਸ਼ਨੀ ਤੁਹਾਡੇ ਉੱਤੇ ਚਮਕਾਈ ਹੈ, ਉਹ ਭਲੀ ਭਾਂਤੀ ਜਾਣਦਾ ਹੈ ਕਿ ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਹੈ, ਤੇ ਉਹ ਤੁਹਾਡੀ ਜ਼ਿੰਦਗੀ ਦੀ ਜ਼ਰੂਰਤਾਂ ਦੀਆਂ ਚੀਜ਼ਾਂ ਦੇਣ ਦੇ ਵਿੱਚ ਸਮਰਥੀ ਹੈ, ਤੇ ਉਹ ਤੁਹਾਨੂੰ ਦੇਵੇਗਾ ਵੀ। ਪਰ ਸਾਡੀ ਕੀ ਕੋਸ਼ਿਸ਼ ਹੋਣੀ ਚਾਹੀਦੀ ਹੈ? ਅਸੀਂ ਉਹਦੇ ਧਰਮ ਤੇ ਰਾਜ ਦੀ ਖੋਜ ਕਰੀਏ। ਸਾਡਾ ਕੰਮ ਸਿਰਫ ਇੰਨਾ ਹੀ ਹੈ। ਇਸ ਤੋਂ ਅੱਗੇ ਕਈ ਲਾਲਚ ਦੇ ਦਿੰਦੇ, ਤੁਸੀਂ ਪਹਿਲਾਂ ਉਹਦੇ ਧਰਮ ਤੇ ਰਾਜ ਦੀ ਖੋਜ ਕਰੋ, ਫਿਰ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਮਿਲਣਗੀਆਂ। ਪਿੱਛੇ ਪੈ ਕੇ ਕਿਤੇ ਨਹੀਂ ਲਿਖੀਆਂ ਮਿਲਣਗੀਆਂ। ਉੱਥੇ ਇਹ ਲਿਖਿਆ ਵੀ ਧਰਮ ਤੇ ਰਾਜ ਦੀ ਖੋਜ ਕਰੋ ਤੇ ਇਹ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ। ਉਹ ਮਲਾਕੀ ਦੀ ਕਿਤਾਬ 'ਚ ਲਿਖਿਆ ਹੈ, ਜਿੱਥੇ ਜਿਨ੍ਹਾਂ ਦੇ ਨਾਲ ਸਰੀਰਕ ਵਾਅਦੇ ਸੀਗੇ, ਸਾਡਾ ਨਵਾਂ ਜਨਮ ਪਾਏ ਹੋਇਆਂ ਦੇ ਨਾਲ ਸਾਰੇ ਆਤਮਿਕ ਵਾਅਦੇ ਹੈ। ਤੇ ਆਤਮਿਕ ਲੋਕਾਂ ਦੇ ਬਾਰੇ 'ਚ ਸੰਤ ਪੌਲੁਸ ਲਿਖਦਾ ਹੈ ਵੀ ਜਦੋਂ ਉਹਨੇ ਸਾਨੂੰ ਖਾਣ ਦੇ ਲਈ ਰੋਟੀ ਤੇ ਪਹਿਨਣ ਦੇ ਲਈ ਵਸਤਰ ਦਿੱਤੇ ਆ, ਤੇ ਫਿਰ ਅਸੀਂ ਕਾਹਦੀ ਚਿੰਤਾ ਕਰੀਏ। ਸੋ ਆਤਮਿਕ ਜੀਵਨ ਦੀ ਦੌੜ ਤੇ ਇੱਥੋਂ ਤੱਕ ਆ। ਸੋ ਪਰਮੇਸ਼ਵਰ ਨੇ ਕਿਹਨੂੰ ਕਿਸ ਮੁਕਾਮ ਤੇ ਲੈ ਕੇ ਜਾਣਾ, ਇਹ ਪਰਮੇਸ਼ਵਰ ਬਿਹਤਰ ਜਾਣਦਾ ਆ। ਇਸ ਲਈ ਸਾਨੂੰ ਉਹਨਾਂ ਚੀਜ਼ਾਂ ਦੇ ਵੱਲ ਦੌੜਨ ਦੀ ਲੋੜ ਨਹੀਂ, ਬਲਕਿ ਸਾਨੂੰ ਜਿਵੇਂ ਸੰਤ ਪੌਲੁਸ ਨੇ ਲਿਖਿਆ, ਗਿਆਨ ਦੀ ਉੱਤਮਤਾਈ ਦੇ ਕਾਰਨ ਉਹਨੂੰ ਸਮਝ ਆ ਗਿਆ ਨਾ। ਜਿਵੇਂ ਕੋੜੀ ਦੇ ਉਦਾਹਰਨ ਲਈ ਉਹਨੂੰ ਸਮਝ ਆਇਆ, ਤਿਵੇਂ ਸੰਤ ਪੌਲੁਸ ਨੂੰ ਵੀ ਸਮਝ ਆ ਗਿਆ। ਇਸ ਲਈ ਫਿਲਿੱਪੀਆਂ ਦੇ ਖੱਤ 'ਚ ਲਿਖਦਾ ਆ, ਗਿਆਨ ਦੀ ਉੱਤਮਤਾਈ ਦੇ ਕਾਰਨ, ਗਿਆਨ ਦੀ ਬਹੁਤਾਇਤ ਦੇ ਕਾਰਨ। ਉਹ ਗਿਆਨ ਜਿਹੜਾ ਜ਼ਿੰਦਗੀ ਦਿੰਦਾ ਆ, ਉਹ ਗਿਆਨ ਜਿਹਦੇ ਦੁਆਰਾ ਮੁਕਤੀ ਪਾਈ ਜਾ ਸਕਦੀ ਹੈ, ਉਸ ਗਿਆਨ ਦੀ ਬਹੁਤਾਇਤ ਦੇ ਕਾਰਨ ਕਹਿੰਦਾ ਸੰਸਾਰ ਦੀ ਹਰ ਸ਼ੈ ਮੈਨੂੰ ਕੂੜਾ ਕਰਕਟ ਜਾਪਦੀ ਹੈ। ਅੱਜ ਤੁਸੀਂ ਹਿਸਾਬ ਲਾ ਲਓ, ਉਸ ਸੰਸਾਰ ਨੂੰ ਇਸ ਕੂੜੇ ਕਰਕਟ ਦੇ ਵਿੱਚ ਹੀ ਉਲਝਾਇਆ ਹੋਇਆ ਹੈ। ਉਹ ਸੰਸਾਰ ਵੀ ਇਸ ਕੂੜੇ ਕਰਕਟ ਮਗਰ ਹੀ ਭੱਜ ਰਿਹਾ, ਔਰ ਸੰਸਾਰ ਇਸ ਕੂੜੇ ਨੂੰ ਹੀ ਇਕੱਠਾ ਕਰੀ ਜਾ ਰਿਹਾ ਹੈ, ਔਰ ਇਸ ਕੂੜੇ ਦੇ ਵਿੱਚੋਂ ਹੀ ਸਭ ਕੁਝ ਲੱਭੀ ਜਾ ਰਿਹਾ ਹੈ। ਜਦ ਕਿ ਸੰਤ ਪੌਲੁਸ ਕੀ ਕਹਿੰਦਾ ਹੈ? ਗਿਆਨ ਦੀ ਬਹੁਤਾਇਤ ਦੇ, ਉਹਦੀ ਉੱਤਮਤਾਈ ਦੇ ਕਾਰਨ, ਜਿਹਨੂੰ ਸੰਸਾਰ ਸਭ ਕੁਝ ਸਮਝ ਬੈਠਾ ਆ, ਮੈਨੂੰ ਉਹ ਹਰ ਸ਼ੈ ਕੂੜਾ ਲੱਗਦੀ ਹੈ, ਕੂੜਾ ਕਰਕਟ, ਜਿਹਨੂੰ ਗੰਦਗੀ ਸਮਝ ਕੇ ਸਿਰਫ ਬਾਹਰ ਸੁੱਟਿਆ ਜਾਂਦਾ ਹੈ। ਤੇ ਆਪਾਂ ਯਿਸੂ ਮਸੀਹ ਨੂੰ ਮੰਨ ਕੇ ਉਹਦੀ ਰੌਸ਼ਨੀ ਦੇ ਵਿੱਚ ਆ ਕੇ, ਉਹਦੀ ਰੌਸ਼ਨੀ ਸਾਡੇ ਉੱਤੇ ਚਮਕੀ ਵੀ ਹੈ। ਰੌਸ਼ਨੀ ਇਸ ਲਈ ਨਹੀਂ ਸੀ ਚਮਕੀ ਵੀ ਅਸੀਂ ਕੂੜਾ ਇਕੱਠਾ ਕਰੀਏ, ਰੌਸ਼ਨੀ ਇਸ ਕਰਕੇ ਚਮਕੀ ਸੀ ਵੀ ਜਿੰਨਾ ਵੀ ਕੂੜਾ ਸਾਡੇ ਕੋਲ ਆ ਉਹਨੂੰ ਬਾਹਰ ਸੁੱਟੀਏ। ਸੋ ਖੁਦਾ ਤੁਹਾਨੂੰ ਬੜੀ ਆਸ਼ੀਸ਼ ਤੇ ਬਰਕਤ ਦੇਵੇ, ਇਸ ਵਚਨ ਨੂੰ ਸਮਝਣ ਦੀ ਤੌਫੀਕ ਬਖਸ਼ੇ, ਔਰ ਦੁਆ ਕਰੋ ਅਸੀਂ ਇਸੇ ਤਰ੍ਹਾਂ ਰੋਜ਼
ਅਗਰ ਖੁਦਾ ਆਪਣੇ ਰਹਿਮ ਨੂੰ ਬਣਾਈ ਰੱਖੇ ਤੇ ਇਸੇ ਤਰ੍ਹਾਂ ਰੋਜ਼ ਉਹਦੀਆਂ ਗੱਲਾਂ ਨੂੰ ਥੋੜ੍ਹਾ ਥੋੜ੍ਹਾ ਕਰਕੇ ਸਿੱਖਦੇ ਜਾਈਏ ਔਰ ਉਹਨਾਂ ਗੱਲਾਂ ਨੂੰ ਆਪਣੇ ਜੀਵਨ ਦੇ ਵਿੱਚ ਲਈਏ ਜਿਹੜੀਆਂ ਗੱਲਾਂ ਸਾਨੂੰ ਮੁਕਤੀ ਦਿਲਾ ਸਕਦੀਆਂ। ਬਾਕੀ ਸਭ ਕੁਝ ਕੂੜਾ ਹੀ ਹੈ। ਖੁਦਾ ਤੁਹਾਨੂੰ ਬੜੀ ਆਸ਼ੀਸ਼ ਦੇਵੇ। ਆਓ ਸਾਰਿਆਂ ਦੇ ਲਈ ਪ੍ਰਾਰਥਨਾ ਕਰਦੇ ਹਾਂ। ਪਿਆਰੇ ਖੁਦਾਵੰਦ ਖੁਦਾ, ਤੇਰਾ ਧੰਨਵਾਦ ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਜ਼ਿੰਦਗੀਆਂ ਦੇ ਲਈ ਜਿਨ੍ਹਾਂ ਨੇ ਆਨਲਾਈਨ ਸ਼ਾਮਲ ਹੋ ਕੇ ਤੁਹਾਡੇ ਇਹਨਾਂ ਸੱਚੇ ਸੁੱਚੇ ਵਚਨਾਂ ਨੂੰ ਸੁਣਿਆ ਖੁਦਾਵੰਦ। ਔਰ ਫਿਰ ਉਹਨਾਂ ਲੋਕਾਂ ਲਈ ਪ੍ਰਾਰਥਨਾ ਕਰਦਾ ਜਿਹੜੇ ਬਾਅਦ ਵਿੱਚ ਵੀ ਆਨਲਾਈਨ ਇਸ ਵਚਨ ਨੂੰ ਸੋਸ਼ਲ ਮੀਡੀਆ ਦੇ ਦੁਆਰਾ ਸੁਣਨਗੇ ਜਿਹੜਾ ਕਿ ਆਨਲਾਈਨ ਪੇਸ਼ ਕੀਤਾ ਗਿਆ ਖੁਦਾਵੰਦ। ਹਰੇਕ ਜਿਹਨੇ ਹੁਣ ਸੁਣਿਆ ਔਰ ਹਰ ਉਹ ਸ਼ਖਸੀਅਤ ਜਿਹੜਾ ਅੱਗੇ ਸੁਣੇ, ਇੱਕ ਇੱਕ ਦੇ ਲਈ ਤੁਹਾਡੇ ਵੱਡੇ ਰਹਿਮ ਨੂੰ ਮੰਗਦੇ ਆ ਖੁਦਾਵੰਦ। ਜੋ ਵੀ ਇਸ ਵਚਨ ਨੂੰ ਸੁਣੇ, ਤੁਹਾਡਾ ਵਚਨ ਉਹਨਾਂ ਦੀ ਜ਼ਿੰਦਗੀ ਦੀ ਰੌਸ਼ਨੀ ਬਣ ਜਾਏ ਖੁਦਾਵੰਦ। ਤੁਹਾਡਾ ਵਚਨ ਉਹਨਾਂ ਦੀਆਂ ਨਿਰਬਲਤਾਈਆਂ ਨੂੰ ਦੂਰ ਕਰੇ। ਤੁਹਾਡਾ ਵਚਨ ਉਹਨਾਂ ਨੂੰ ਹੌਸਲਾ ਦੇਵੇ। ਤੁਹਾਡਾ ਵਚਨ ਉਹਨਾਂ ਨੂੰ ਦਲੇਰੀ ਦੇਵੇ। ਤੁਹਾਡਾ ਵਚਨ ਉਹਨਾਂ ਦੀਆਂ ਮਾਂਦਗੀਆਂ ਤੋਂ ਉਹਨਾਂ ਨੂੰ ਛੁਟਕਾਰਾ ਦੇਵੇ। ਤੁਹਾਡਾ ਵਚਨ ਦੁਸ਼ਟ ਦੀਆਂ ਤਾਕਤਾਂ ਤੋਂ ਤੁਹਾਡੇ ਲੋਕਾਂ ਨੂੰ ਛੁਟਕਾਰਾ ਦੇਵੇ। ਤੁਹਾਡਾ ਵਚਨ ਤੁਹਾਡੇ ਲੋਕਾਂ ਨੂੰ ਸੰਭਾਲੇ ਔਰ ਤੁਹਾਡਾ ਵਚਨ ਤੁਹਾਡੇ ਲੋਕਾਂ ਦੇ ਲਈ ਮੁਕਤੀ ਦਾ ਕਾਰਨ ਹੋਵੇ ਖੁਦਾਵੰਦ। ਜਿੰਨੀਆਂ ਵੀ ਜ਼ਿੰਦਗੀਆਂ ਨੇ ਪ੍ਰਾਰਥਨਾ ਕਰਨ ਲਈ ਕਿਹਾ, ਸਭਨਾਂ ਨੂੰ ਤੁਹਾਡੇ ਤਖਤ ਦੇ ਅੱਗੇ ਲੈ ਕੇ ਆਉਣਾ ਖੁਦਾਵੰਦ। ਔਰ ਹਰੇਕ ਜ਼ਿੰਦਗੀ ਦੇ ਲਈ ਤੁਹਾਡੀ ਵੱਡੀ ਰਹਿਮਤ ਨੂੰ ਮੰਗ ਲੈਂਦੇ ਹਾਂ। ਖਾਸ ਕਰਕੇ ਉਸ ਭਾਈ ਦੇ ਲਈ ਜਿਨ੍ਹਾਂ ਨੇ ਕੱਲ੍ਹ ਵੀ ਪ੍ਰਾਰਥਨਾ ਕੀਤੀ ਸੀ ਖੁਦਾਵੰਦ, ਕੈਂਸਰ ਦੀ ਬਿਮਾਰੀ ਦੇ ਨਾਲ ਲੜ ਰਹੇ ਆ, ਆਖਰੀ ਸਟੇਜ ਦੇ ਵਿੱਚ ਆ। ਪਰ ਸਾਡਾ ਭਰੋਸਾ ਤੇ ਪੂਰਾ ਈਮਾਨ ਹੈ ਕਿ ਤੁਸੀਂ ਹੁਣ ਵੀ ਆਪਣੇ ਉਸ ਬੇਟੇ ਨੂੰ ਤੰਦਰੁਸਤੀ ਦੇ ਕੇ, ਸ਼ਿਫਾ ਦੇ ਕੇ ਆਪਣੇ ਵਿੱਚ, ਆਪਣੇ ਇੰਤਜ਼ਾਮ ਦੇ ਵਿੱਚ ਸ਼ਾਮਲ ਕਰ ਸਕਦੇ ਹੋ ਖੁਦਾਵੰਦ। ਆਖਰੀ ਪੜਾਅ ਦੇ ਉੱਤੇ ਤੁਹਾਡਾ ਵਚਨ ਸੁਣਨ ਦਾ ਉਸ ਨੂੰ ਮੌਕਾ ਮਿਲਿਆ ਖੁਦਾਵੰਦ। ਔਰ ਡਾਕਟਰਾਂ ਦੇ ਲਿਹਾਜ਼ ਦੇ ਨਾਲ ਉਹਦੇ ਕੋਲ ਸਮਾਂ ਨਹੀਂ ਕਿ ਉਹ ਤੁਹਾਨੂੰ ਵਧੇਰੇ ਜਾਣ ਸਕੇ। ਔਰ ਤੁਹਾਡਾ ਦਾਸ ਹੋਣ ਦੇ ਨਾਤੇ ਮੇਰੀ ਇਹ ਇਲਤਜਾ ਹੈ ਕਿ ਉਹ ਵੀ ਤੁਹਾਡੇ ਮੁਕਤੀ ਦੇ ਇੰਤਜ਼ਾਮ 'ਚ ਸ਼ਾਮਲ ਹੋ ਸਕੇ ਖੁਦਾਵੰਦ। ਇਸ ਲਈ ਆਪਣੇ ਬੰਦੇ ਉੱਤੇ ਆਪਣੇ ਰਹਿਮ ਨੂੰ ਬਣਾਈ ਰੱਖੋ। ਸਾਡੀ ਪ੍ਰਾਰਥਨਾ ਸੁਣੋ, ਕਬੂਲ ਕਰੋ ਮਸੀਹ ਯਸੂ ਦੇ ਨਾਮ ਦੇ ਵਿੱਚ, ਆਮੀਨ। ਹੁਣ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ, ਖੁਦਾ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ तमाम ਲੋਕਾਂ ਦੇ ਨਾਲ ਬਣੀ ਰਹੇ, ਆਮੀਨ ਆਮੀਨ। ਖੁਦਾ ਤੁਹਾਨੂੰ ਸਾਰਿਆਂ ਨੂੰ ਬੜੀ ਆਸ਼ੀਸ਼ ਔਰ ਬਰਕਤ ਦੇਵੇ। ਇਸੇ ਤਰ੍ਹਾਂ ਹੀ ਅਸੀਂ ਹਰ ਰੋਜ਼ ਅਮਰੀਕਨ ਟਾਈਮ ਰਾਤ 9:30 ਵਜੇ ਹੈ ਨਿਊਯਾਰਕ ਦੇ ਟਾਈਮ ਦੇ ਮੁਤਾਬਕ, ਔਰ ਇੰਡੀਆ ਦਾ ਜਿਹੜਾ ਟਾਈਮ ਆ ਸਵੇਰੇ 8 ਵਜੇ ਹੈ। ਔਰ ਇਹ ਉਦੋਂ ਤੱਕ ਇਸੇ ਤਰ੍ਹਾਂ ਹੀ ਟਾਈਮ ਬਣਿਆ ਰਹੇਗਾ ਜਦੋਂ ਤੱਕ ਜਿਹੜਾ ਟਾਈਮ ਇੱਥੇ ਚੇਂਜ ਨਹੀਂ ਹੁੰਦਾ, ਕਿਉਂਕਿ ਇੱਥੇ 1 ਘੰਟਾ ਫਿਰ ਅੱਗੇ ਪਿੱਛੇ ਹੋ ਜਾਂਦਾ ਹੁੰਦਾ। ਉਦੋਂ ਫਿਰ ਜਦੋਂ ਹੋਵੇਗਾ ਉਦੋਂ ਫਿਰ ਨਵੀਂ ਅਪਡੇਟ ਦਿੱਤੀ ਜਾਊਗੀ। ਉਸ ਤੋਂ ਪਹਿਲਾਂ ਅਗਰ ਖੁਦਾ ਦੀ ਆਮਦ ਵਿੱਚ ਦੇਰੀ ਹੈ ਤੇ ਇਸੇ ਤਰ੍ਹਾਂ ਹੀ ਅਸੀਂ ਇਸ ਵਚਨ ਨੂੰ ਇਸੇ ਟਾਈਮ ਦੇ ਮੁਤਾਬਕ ਸਿੱਖਦੇ ਰਵਾਂਗੇ। ਸੋ ਪ੍ਰਾਰਥਨਾ ਦੇ ਵਿੱਚ ਯਾਦ ਰੱਖਣਾ, ਖੁਦਾ ਮੈਨੂੰ ਵੀ ਆਪਣੀ ਮੱਤ ਦੇ ਨਾਲ ਹੋਰ ਜ਼ਿਆਦਾ ਭਰਪੂਰ ਕਰੇ ਔਰ ਉਹਦਾ ਆਤਮਾ ਮੈਨੂੰ ਗਾਈਡ ਕਰੇ ਤਾਂ ਕਿ ਉਹਦੀ ਸੱਚੀ ਖਰੀ ਸਿੱਖਿਆ ਲੋਕਾਂ ਤੱਕ ਜਾ ਸਕੇ ਔਰ ਲੋਕ ਉਸ ਖਰੀ ਸਿੱਖਿਆ ਨੂੰ ਪ੍ਰਾਪਤ ਕਰਕੇ ਪ੍ਰਭੂ ਦੇ ਉਸ ਰਾਜ ਦੇ ਅਧਿਕਾਰੀ ਹੋ ਸਕਣ ਔਰ ਉਸ ਪ੍ਰਬੰਧ ਦੇ ਵਿੱਚ ਸ਼ਾਮਲ ਹੋ ਸਕਣ। ਖੁਦਾ ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਦੇਵੇ ਜੀ। ਸਾਰਿਆਂ ਜੈ ਮਸੀਹ ਕੀ।